ਜਦੋਂ ਤੁਹਾਡਾ ਕੈਨੇਡਾ ਦਾ ਵੀਜ਼ਾ ਲੱਗ ਜਾਂਦਾ ਹੈ ਨਾ, ਉਸ ਤੋਂ ਬਾਅਦ ਜਦੋਂ ਤੁਸੀਂ ਉੱਥੇ ਕੈਨੇਡਾ ਪਹੁੰਚਦੇ ਹੋ, ਠੀਕ ਹੈ, ਅੱਧੀਆਂ ਚੀਜ਼ਾਂ ਦਾ ਉਦੋਂ ਪਤਾ ਲੱਗਦਾ ਠੀਕ ਹੈ, ਪਤਾ ਲੱਗਦਾ ਕਿ ਜਿਹੜੇ ਕਾਲਜ ਦੇ ਵਿੱਚ ਬੱਚਾ ਪੜ੍ਹਨ ਆਇਆ ਉਸ ਪੜ੍ਹਨ ਤੋਂ ਬਾਅਦ ਉਹਨੂੰ ਵਰਕ ਪਰਮਿਟ ਨਹੀਂ ਮਿਲਣਾ। ਇੰਡੀਆ ਤੋਂ ਤੁਰਨ ਤੋਂ ਪਹਿਲਾਂ ਤੂੰ ਇੰਨੀ ਚੀਜ਼ ਤੂੰ ਪਤਾ ਨਹੀਂ ਕੀਤਾ ਤੇ ਉਹਦੀ ਕੋਸ਼ਿਸ਼ ਹੁੰਦੀ ਕਿ ਨਹੀਂ ਭਾਜੀ ਅਸੀਂ ਤਾਂ ਪਾਸਪੋਰਟ ਦੇਤਾ ਸੀਗਾ ਕੰਸਲਟੈਂਟ ਨੂੰ, ਬਾਅਦ ਚ ਵੀਜ਼ਾ ਲੱਗ ਗਿਆ ਤੇ ਅਸੀਂ ਜਹਾਜ਼ ਚੜ੍ਹ ਕੇ ਆ ਗਏ ਹਾਂ। ਜਾਂ ਕਈ ਕਹਿ ਦਿੰਦੇ ਆ ਭਾਜੀ ਸਾਨੂੰ ਕੰਸਲਟੈਂਟ ਨੇ ਦੱਸਿਆ ਹੀ ਨਹੀਂ। +2 ਜਿਹੜਾ ਬੱਚਾ ਕਰ ਗਿਆ, ਠੀਕ ਹੈ, ਉਹਨੂੰ ਪਤਾ ਹੁੰਦਾ ਹੈ ਕਿ ਕਿਹੜੀ ਨਵੀਂ ਮੂਵੀ ਰਿਲੀਜ਼ ਹੋਈ ਹੈ, ਉਹਦੇ ਵਿੱਚ ਸਟਾਰ ਕਾਸਟ ਕੀ ਹੈ, ਡਾਇਰੈਕਟਰ ਕੌਣ ਹੈ, ਪਤਾ ਨਹੀਂ, ਉਹਨੂੰ ਹਰ ਇੱਕ ਛੋਟੀ ਛੋਟੀ ਡਿਟੇਲ ਦਾ ਪਤਾ ਹੁੰਦਾ। ਪਰ ਉਸ ਬੱਚੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਜਿਹੜੇ ਕੋਰਸ ਦੇ ਵਿੱਚ ਜਾਂ ਕਿਹੜੇ ਕਾਲਜ 'ਚ ਮੈਂ ਪੜ੍ਹਨ ਜਾ ਰਿਹਾ, ਉੱਥੇ ਪੜ੍ਹਨ ਤੋਂ ਬਾਅਦ ਮੈਨੂੰ ਵਰਕ ਪਰਮਿਟ ਮਿਲੂਗਾ ਕਿ ਨਹੀਂ ਮਿਲੂਗਾ। ਸੋ ਉਹਨੂੰ ਹੁੰਦਾ ਕਿ ਮੇਰਾ ਕਿਸੇ ਤਰੀਕੇ ਵੀਜ਼ਾ ਲੱਗ ਜੇ, ਠੀਕ ਹੈ, ਬਸ ਮੇਰਾ ਜਹਾਜ਼ ਦੀ ਬਾਰੀ ਨੂੰ ਕਰ ਮੇਰਾ ਹੱਥ ਪੈ ਜੇ ਤੇ ਬਸ ਉਸ ਤੋਂ ਬਾਅਦ ਮੈਂ ਸਾਰੀ ਦੁਨੀਆ ਜਿੱਤ ਲੈਣੀ ਹੈ। ਹਾਂਜੀ ਦੋਸਤੋ, ਜੇਕਰ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ, ਤੁਸੀਂ ਆਇਲਸ ਕੀਤੀ ਹੋਈ ਹੈ 1 ਤੋਂ 5.5 ਨੇ, ਤੁਸੀਂ PTE ਕੀਤੀ ਹੋਈ ਹੈ, ਜਾਂ ਫਿਰ ਕਹਿ ਸਕਦੇ ਹਾਂ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਟੂਰਿਸਟ ਵੀਜ਼ਾ 'ਤੇ, ਤਾਂ ਇਹ ਵੀਡੀਓ ਤੁਹਾਡੇ ਲਈ ਹੈ। ਤੇ ਇਸੇ ਕਾਰਨ ਅੱਜ ਤੁਹਾਨੂੰ ਫਿਰ ਤੋਂ ਲੈ ਕੇ ਆ ਗਏ ਹਾਂ ਜੀ ਜਲੰਧਰ ਕੈਂਟ ਦੇ ਬਿਲਕੁਲ ਨਜ਼ਦੀਕ। ਮੈਂ ਫਿਰ ਤੋਂ ਦੁਹਰਾ ਦਿੰਦਾ, ਜਲੰਧਰ ਕੈਂਟ ਦੇ ਬਿਲਕੁਲ ਨਜ਼ਦੀਕ ਗੁਰਦੁਆਰਾ ਸਾਹਿਬ ਹੈ ਜੀ ਬਾਬਾ ਬੁੱਢਾ ਸਾਹਿਬ ਜੀ ਦਾ ਗੁਰਦੁਆਰਾ ਡਕੋਹਾ ਨਿਰਮਲ ਤਖਤ, ਜਿੱਥੇ ਪਿਛਲੀ ਵਾਰ ਵੀ ਆਪਾਂ ਵੀਡੀਓ ਕੀਤੀ ਸੀ ਕਿ ਇਸ ਗੁਰਦੁਆਰਾ ਸਾਹਿਬ ਤੋਂ ਕੱਲੀਆਂ ਅਰਦਾਸਾਂ ਹੀ ਨਹੀਂ ਹੁੰਦੀਆਂ ਕਿ ਸਾਡਾ ਬੱਚਾ ਜਾਂ ਸਾਡਾ ਪਰਿਵਾਰ ਬਾਹਰ ਚਲਾ ਜਾਏ, ਸਗੋਂ ਇੱਥੋਂ ਸੱਚਮੁੱਚ ਲੋਕਾਂ ਨੂੰ ਬਾਹਰ ਭੇਜਿਆ ਜਾਂਦਾ ਹੈ। ਤੇ ਇਸੇ ਹੀ ਕਰਕੇ ਦੋਸਤੋ ਅੱਜ ਤੀਸਰੀ ਵਾਰ ਆਪਾਂ ਸਕਾਈਟੈਕ ਇਮੀਗ੍ਰੇਸ਼ਨ ਦੇ ਆਫਿਸ ਆ ਚੁੱਕੇ ਹਾਂ ਤੇ ਸਾਡੀ ਤੀਸਰੀ ਇੰਟਰਵਿਊ ਹੈ। ਤੇ ਮੇਰਾ ਨਾਮ ਹੈ ਦੋਸਤੋ ਹਰਪ੍ਰੀਤ ਸਿੰਘ, ਤੁਸੀਂ ਦੇਖ ਰਹੇ ਹੋ ਮੇਰਾ YouTube ਚੈਨਲ ਅਤੇ Facebook ਪੇਜ ਆਈ ਐਮ ਹੀਰੋ। ਹਾਂਜੀ ਪਵਨ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਹੀਰੋ ਜੀ, ਸਤਿ ਸ਼੍ਰੀ ਅਕਾਲ, ਤੁਹਾਡਾ ਧੰਨਵਾਦ, ਤੁਸੀਂ ਇੱਕ ਵਾਰੀ ਫਿਰ ਆਏ ਸਾਡੇ ਕੋਲ। ਅੱਜ ਸਾਡੀ ਤੀਸਰੀ ਇੰਟਰਵਿਊ ਆ ਤੇ ਇਸ ਇੰਟਰਵਿਊ ਦੇ ਵਿੱਚ ਕਾਫੀ ਸਵਾਲ ਨੇ, ਕਿਉਂਕਿ ਚੋਣਾਂ ਹੋ ਗਈਆਂ, ਪੰਜਾਬ ਦੇ ਵਿੱਚ ਸਰਕਾਰ ਬਦਲ ਗਈ, ਰੁਝਾਨ ਬਦਲ ਗਏ, ਪਰ ਇੱਕ ਚੀਜ਼ ਆ ਜਿਹੜੀ ਲੱਗਦਾ ਕਦੀ ਨਹੀਂ ਬਦਲ ਸਕਦੀ, ਸਾਡੇ ਬੱਚਿਆਂ ਦਾ ਇੱਥੇ ਦੇ ਭਵਿੱਖ ਦਾ ਹਿਜਰਤ ਕਰਨਾ, ਬਾਹਰ ਜਾਣਾ। ਪਰ ਇੱਕ ਖਦਸ਼ਾ ਇਹੀ ਹੈ ਕਿ ਪਰ ਇੱਥੋਂ ਬੱਚੇ ਪੜ੍ਹ ਲਿਖ ਕੇ 17 ਲੱਖ 18 ਲੱਖ 25 ਲੱਖ ਲਾ ਕੇ ਬਾਹਰ ਜਾਂਦੇ ਨੇ, ਪਰ ਉੱਥੇ ਜਾ ਕੇ ਦਿਹਾੜੀਆਂ ਹੀ ਕਰਦੇ ਨੇ। ਦਿਹਾੜੀਆਂ ਕਰਦੇ, ਬਿਲਕੁਲ। ਹੁਣ ਦੇਖੋ ਹੀਰੋ ਜੀ, ਤੁਹਾਡਾ ਨਾ ਸਵਾਲ ਜੋ ਕਿ $1 ਮਿਲੀਅਨ ਕੁਐਸਚਨ ਹੈ। ਹੁਣ ਜੇ ਸਕਾਈਟੈਕ ਇਮੀਗ੍ਰੇਸ਼ਨ ਦੀ ਗੱਲ ਕਰਾਂ, ਥੋੜਾ ਮੈਂ ਜਿਹੜੇ ਸਾਨੂੰ ਦਰਸ਼ਕ ਪਹਿਲੀ ਵਾਰੀ ਦੇਖ ਰਹੇ ਨੇ, ਸਾਡਾ ਜਿਹੜਾ ਮੁੱਖ ਮੇਨ ਆਫਿਸ ਹੈ ਜਿਹੜਾ ਮੌਂਟਰੀਅਲ ਕੈਨੇਡਾ ਦੇ ਵਿੱਚ ਹੈ। ਜਿਵੇਂ ਮੈਂ ਆਪ ਵੀ, ਸਾਡੀ ਸਾਰੀ ਫੈਮਿਲੀ, ਅਸੀਂ ਸਾਰੇ ਮੌਂਟਰੀਅਲ ਰਹਿੰਦੇ ਹਾਂ। ਤੇ ਉੱਥੇ 3-4 ਸਾਲ ਇਮੀਗ੍ਰੇਸ਼ਨ ਦਾ ਕੰਮ ਕਰਨ ਤੋਂ ਬਾਅਦ ਜਦੋਂ ਅਸੀਂ ਡਿਸਾਈਡ ਕੀਤਾ ਕਿ ਹੁਣ ਜਿੱਥੋਂ ਅਸੀਂ ਤੁਰੇ ਸੀਗੇ, ਯਾਨੀ ਕਿ ਪੰਜਾਬ 'ਚ ਤੁਰੇ ਸੀ, ਜਦੋਂ ਅੱਜ ਤੋਂ ਮੈਂ +2 ਕਰਕੇ, ਜਿਵੇਂ 2006 ਦੀ ਮੈਂ ਗੱਲ ਕਰਾਂ, ਉਦੋਂ ਮੈਂ ਤੁਰਿਆ ਸੀਗਾ, ਉਦੋਂ ਕੰਸਲਟੈਂਟ ਬੜੇ ਥੋੜ੍ਹੇ ਹੁੰਦੇ ਸੀਗੇ। ਤੇ ਫਿਰ ਹੌਲੀ ਹੌਲੀ ਜਿਵੇਂ ਹੁਣ ਅਸੀਂ ਆਪ ਇਸ ਇਮੀਗ੍ਰੇਸ਼ਨ ਦੇ ਕੰਮ 'ਚ ਪਏ ਤੇ ਸੋਚਿਆ ਵੀ ਕਿਉਂ ਨਾ ਵੀ ਜੇ ਅਸੀਂ ਇਮੀਗ੍ਰੇਸ਼ਨ ਦੇ ਕੰਮ 'ਚ ਹਾਂ, ਇੰਨਾ 16-17 ਸਾਲ ਦਾ ਪ੍ਰਦੇਸ਼ ਦਾ ਐਕਸਪੀਰੀਅੰਸ ਹੈ ਸਾਡੇ ਕੋਲ, ਕਿਉਂ ਨਾ ਪੰਜਾਬ ਦੇ ਵਿੱਚ ਜਿਹੜੇ ਸਾਡੇ ਬੱਚੇ, ਜਿਹੜੀ ਸਾਡੀ ਅਗਲੀ ਜਨਰੇਸ਼ਨ ਹੈ, ਉੱਥੇ ਜਾਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਉਹਨਾਂ ਨੂੰ ਕਿਉਂ ਨਾ ਦਿੱਤਾ ਜਾਵੇ, ਉਹਨੂੰ ਸਹੀ ਤਰੀਕੇ ਨਾਲ ਬਾਹਰ ਭੇਜਿਆ ਜਾਵੇ। ਹੁਣ ਜਿਹੜੀ ਸਾਡੀ ਕੰਪਨੀ ਹੈ ਸਕਾਈਟੈਕ ਇਮੀਗ੍ਰੇਸ਼ਨ CICC ਮੈਂਬਰ ਹੈ, ਕੈਨੇਡਾ ਇਮੀਗ੍ਰੇਸ਼ਨ ਦੇ ਨਾਲ ਰਜਿਸਟਰਡ ਹੈ ਸਾਡੀ ਕੰਪਨੀ, ਜਿਹਦੇ ਨਾਲ ਫਾਇਦਾ, ਤੁਹਾਨੂੰ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਤੁਹਾਡੇ ਨਾਲ ਨਾ ਤਾਂ ਕੋਈ ਧੋਖਾ ਹੋਊਗਾ, ਨਾ ਤੁਹਾਡੇ ਨਾਲ ਕੋਈ ਝੂਠੇ ਵਾਅਦੇ ਕੀਤੇ ਜਾਣਗੇ। ਜੋ ਕਿ ਕੈਨੇਡਾ ਇਮੀਗ੍ਰੇਸ਼ਨ ਦੇ ਜੋ ਪ੍ਰੋਟੋਕੋਲ ਹੈ, ਜੋ ਮਿਨੀਮਮ ਸਟੈਂਡਰਡਸ ਨੇ, ਉਹਦੇ ਅਕੋਰਡਿੰਗ ਹੀ ਤੁਹਾਨੂੰ ਗਾਈਡ ਕੀਤਾ ਜਾਂਦਾ ਤੇ ਤੁਹਾਡੀ ਫਾਈਲ ਅੰਬੈਸੀ ਦੇ ਵਿੱਚ ਲਾਈ ਜਾਂਦੀ ਹੈ। ਸੌਖੀ ਭਾਸ਼ਾ 'ਚ ਕਹਿ ਦਈਏ ਕਿ ਤੁਹਾਡੇ ਕੋਲ ਕੈਨੇਡਾ ਦਾ ਸਰਕਾਰੀ ਲਾਇਸੈਂਸ ਹੈ। ਸਰਕਾਰੀ ਲਾਇਸੈਂਸ ਹੈ, ਬਿਲਕੁਲ, ਤੁਸੀਂ ਆਮ ਭਾਸ਼ਾ ਦੇ ਵਿੱਚ ਤੁਸੀਂ ਕਹਿ ਸਕਦੇ ਹੋ। ਪਰ ਜੋ ਇੱਥੇ ਆਉਣ ਤੋਂ ਬਾਅਦ, ਜਦੋਂ ਮੈਂ ਅੱਜ ਤੋਂ, ਮੈਨੂੰ 8 ਮਹੀਨੇ ਹੋ ਚੱਲੇ ਨੇ ਇੱਥੇ ਇੰਡੀਆ ਆਏ ਨੂੰ, ਤੇ 8 ਮਹੀਨੇ ਪਹਿਲਾਂ ਜਦੋਂ ਮੈਂ ਤੁਰਿਆ ਸੀਗਾ ਕੈਨੇਡਾ ਤੋਂ, ਤੇ ਮੈਂ ਸੋਚਿਆ ਸੀਗਾ ਕਿ ਮੈਂ ਪੰਜਾਬ ਜਾਊਂਗਾ, ਉੱਥੇ ਬੱਚਿਆਂ ਦੇ ਨਾਲ ਵਧੀਆ ਨੂੰ ਕਾਉਂਸਲਿੰਗ ਕਰੂੰਗਾ, ਬੱਚਿਆਂ ਨੂੰ ਟੈਕਨੀਕਲ ਕੋਰਸਿਸ ਕਿਵੇਂ ਦਿੱਤੇ ਜਾਣ, ਠੀਕ ਹੈ, ਤਾਂ ਕਿ ਜਿਹੜੇ ਅਗਲੀ ਜਨਰੇਸ਼ਨ ਸਾਡੀ ਕੈਨੇਡਾ ਆ ਰਹੀ ਹੈ ਉਹ ਸਾਡੇ ਤੋਂ ਵੀ ਗਾਂਹ ਨਿਕਲੇ, ਸਾਡੇ ਤੋਂ ਵੀ ਜ਼ਿਆਦਾ ਕਾਮਯਾਬ ਹੋਵੇ। ਕਿਉਂਕਿ ਜਦੋਂ ਅਸੀਂ ਹੁਣ ਕੈਨੇਡਾ ਦੇ ਵਿੱਚ ਰਹਿ ਕੇ ਬਾਕੀ ਜਿਹੜੀ ਕੰਟਰੀਜ਼ ਤੋਂ ਬੱਚੇ ਉੱਥੇ ਆਉਂਦੇ ਨੇ, ਉਹ ਜ਼ਿਆਦਾ ਵੈਲ ਪ੍ਰੀਪੇਅਰਡ ਦਿਸਦੇ ਨੇ ਜਿਹੜੇ, ਕਿਉਂਕਿ ਹੁਣ ਜਦੋਂ ਅਸੀਂ ਇਸ ਪ੍ਰੋਫੈਸ਼ਨ 'ਚ ਆਏ ਹਾਂ ਇਮੀਗ੍ਰੇਸ਼ਨ ਦੇ, ਜਦੋਂ ਸਾਡਾ ਕਾਲਜਾਂ ਦੇ ਨਾਲ, ਸਾਡਾ ਕਾਲਜਿਸ ਨਾਲ ਅਸੀਂ ਵਾਹ ਪੈਂਦਾ, ਸਾਡਾ ਯੂਨੀਵਰਸਿਟੀਜ਼ ਦੇ ਵਿੱਚ ਅਸੀਂ ਜਾਂਦੇ ਹਾਂ, ਉੱਥੇ ਅਸੀਂ ਦੇਖਦੇ ਹਾਂ ਕਿ ਜਿਹੜੇ ਮਤਲਬ ਕੋਰਸਿਸ ਦੀ ਜਿਹੜੀ ਸਿਲੈਕਸ਼ਨ ਹੈ, ਜਿਵੇਂ ਮਤਲਬ ਚਾਈਨੀਜ਼ ਸਟੂਡੈਂਟਸ ਲਾ ਲਓ, ਠੀਕ ਹੈ, ਜਾਂ ਯੂਰੋਪੀਅਨ ਸਟੂਡੈਂਟਸ ਲਾ ਲਓ, ਜਾਂ ਤੁਸੀਂ ਲਾ ਲਓ ਫਿਲੀਪੀਨਸ ਹੋ ਗਿਆ, ਜਾਂ ਇੱਧਰ ਜਿਹੜੇ ਸਟੂਡੈਂਟਸ ਹੁੰਦੇ ਨੇ,
ਉਹ ਬੜੇ ਨਾ ਟੈਕਨੀਕਲ ਕੋਰਸਿਸ ਦੇ ਵਿੱਚ ਉੱਥੇ ਬੱਚੇ ਪੜ੍ਹ ਰਹੇ ਹੁੰਦੇ ਨੇ। ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਪੰਜਾਬ ਤੋਂ ਅਲੱਗਾ ਗੁਜਰਾਤ ਵਾਲੇ ਹੋ ਗਏ ਜਾਂ ਹੋਰ ਸਟੇਟਸ ਵਾਲੇ ਬੱਚੇ ਹੋ ਗਏ, ਉਹ ਵੀ ਥੋੜੇ ਜਿਹੇ ਸੰਜੀਦਾ ਨੇ। ਮੈਂ ਤੁਹਾਨੂੰ ਦੱਸਦਾ, ਕਿਉਂਕਿ ਸਾਡਾ ਦਫ਼ਤਰ ਮੌਂਟਰੀਅਲ ਹੋਣ ਕਰਕੇ ਹੁਣ ਜਿਹੜੇ ਬੱਚੇ ਉੱਥੇ ਪੜ੍ਹਦੇ ਨੇ ਹਨਾ, ਜਦੋਂ ਸਾਡੇ ਉੱਥੇ ਆਫਿਸ ਦੇ ਕੰਟੈਕਟ 'ਚ ਆਉਂਦੇ ਨੇ, ਹੁਣ ਕਈ ਕਿਸੇ ਦਾ ਕੋਈ ਭਰਾ ਹੈ, ਕਿਸੇ ਨੇ ਆਪਣੇ ਮੰਨ ਲਓ ਕਿਸੇ ਰਿਸ਼ਤੇਦਾਰ ਨੂੰ ਸੱਦਣਾ ਕੈਨੇਡਾ, ਤੇ ਸਾਡੇ ਜਿਵੇਂ ਕੈਨੇਡਾ ਆਫਿਸ ਨੂੰ ਜਦੋਂ ਕੰਟੈਕਟ ਕਰਦੇ ਨੇ, ਫਿਰ ਸਾਨੂੰ ਗੁਜਰਾਤ ਤੋਂ ਕਾਲ ਆਉਂਦੀ ਹੈ ਕਿਸੇ ਦੇ ਭਰਾ ਦੀ, ਕਿਸੇ ਦੀ ਭੈਣ ਦੀ ਹਨਾ, ਤੇ ਜਦੋਂ ਕਾਲ ਆਉਂਦੀ ਹੈ ਤੇ ਉਹ ਇੰਨੀ ਕੁ ਵਧੀਆ ਉਹਨਾਂ ਨੇ ਸਰਚ ਕੀਤੀ ਹੁੰਦੀ ਹੈ, ਮਤਲਬ ਗੁਜਰਾਤ ਤੋਂ ਕਾਲ ਆ ਗਈ ਜਾਂ ਸਾਨੂੰ ਸਾਊਥ ਇੰਡੀਆ 'ਚ ਕਿਤੇੋਂ ਆ ਗਈ, ਜਾਂ ਇਵਨ ਕਿ ਨਿਊ ਦਿੱਲੀ ਤੋਂ ਕਾਲਸ ਆ ਗਈਆਂ ਸਾਨੂੰ। ਬੱਚਿਆਂ ਨੇ ਪਹਿਲਾਂ ਹੀ 3-4 ਕਾਲਜਿਸ ਜਿਹੜੇ ਵਧੀਆ ਨੇ ਉਹਨਾਂ ਨੇ ਸ਼ਾਰਟਲਿਸਟ ਕੀਤੇ ਹੁੰਦੇ ਨੇ, ਜਿਹੜੇ ਕੋਰਸਿਸ ਨੇ ਉਹ ਵੀ ਸ਼ਾਰਟਲਿਸਟ ਕੀਤੇ ਹੁੰਦੇ ਨੇ, ਠੀਕ ਹੈ। ਤੇ ਸਿਰਫ ਕਿਉਂਕਿ ਉਹ ਬੱਚੇ ਇੰਨੇ ਕੁ ਅਵੇਅਰ ਹੁੰਦੇ ਨੇ, ਕਿਉਂਕਿ ਹੁਣ ਸਾਡੇ ਕੋਲ ਜਿਵੇਂ ਆਪਾਂ ਪੰਜਾਬੀ 'ਚ ਕਹੀਏ ਸਰਕਾਰੀ ਲਾਇਸੈਂਸ ਹੈਗਾ ਸਾਡੇ ਕੋਲ, ਉਹਨਾਂ ਨੂੰ ਪਤਾ ਹੁੰਦਾ ਹੈ ਕਿ ਅਸੀਂ ਆਪਦੀ ਜਿਹੜੀ ਫਾਈਲ ਲਾਉਣੀ ਹੈ ਐਮਬੈਸੀ ਦੇ ਵਿੱਚ, ਉਹ ਰੈਗੂਲੇਟਡ ਕੰਸਲਟੈਂਟ ਦੇ ਕੋਲੋਂ ਲਾਉਣੀ ਹੈ। ਜੇ ਉਹ ਬੱਚਿਆਂ ਦੀ ਇੰਨੀ ਕੁ ਸਰਚ ਹੁੰਦੀ ਹੈ, ਉਹ ਆਪਣੀ ਫਾਈਲ ਆਪ ਵੀ ਲਾ ਸਕਦੇ ਹੁੰਦੇ ਆ, ਠੀਕ ਹੈ। ਪਰ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਤੋਂ ਕੋਈ ਮਿਸਟੇਕ ਨਾ ਹੋ ਜਾਏ, ਇਸ ਕਰਕੇ ਅਸੀਂ ਜਿਹੜੀ ਆਪਣੀ ਫਾਈਲ ਲਾਉਣੀ ਹੈ ਕਿਸੇ ਰੈਗੂਲੇਟਡ ਕੰਸਲਟੈਂਟ ਤੋਂ ਲਾਉਣੀ ਹੈ, ਕਿਸੇ ਐਸੇ ਕੰਸਲਟੈਂਟ ਤੋਂ ਜਾਂ ਐਸੀ ਕੰਪਨੀ ਤੋਂ ਲਾਉਣੀ ਹੈ ਜਿਹਦੇ ਕੋਲ ਲਾਇਸੈਂਸ ਹੈ ਕੈਨੇਡਾ ਇਮੀਗ੍ਰੇਸ਼ਨ ਦਾ, ਸਿਰਫ ਤਾਂ ਹੀ ਸਾਨੂੰ ਕਾਲ ਕਰਦੇ ਨੇ। ਪਰ ਮੈਨੂੰ ਲੱਗਦਾ ਸਾਡੇ ਵਾਲੇ ਇਹ ਲੱਭਦੇ ਨੇ ਕਿ ਅਸੀਂ ਇਦਾਂ ਦੇ ਏਜੰਟ ਕੋਲ ਜਾਣਾ, ਇਦਾਂ ਦੇ ਕੰਸਲਟੈਂਟ ਕੋਲ ਜਾਣਾ ਜਿਹਦੀ ਅੰਬੈਸੀ 'ਚ ਸੈਟਿੰਗ ਹੋਵੇ। ਹੁਣ ਦੇਖੋ ਇਹ ਹੁਣ ਹੁੰਦਾ ਕੀ ਹੈ, ਹੁਣ ਜਿਵੇਂ ਹੁਣ ਅਸੀਂ ਵੀਡੀਓਜ਼ ਪਾਉਂਦੇ ਹਾਂ ਨਾ, ਉਹਦੇ ਨਾਲ ਕੀ ਹੈ ਕਿ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਬੱਚਿਆਂ ਨੂੰ, ਉਹਨਾਂ ਦੇ ਰਿਸਪੈਕਟਡ ਪੇਰੈਂਟਸ ਨੂੰ ਦੱਸਿਆ ਜਾਵੇ ਕਿ ਤੁਸੀਂ ਕੰਸਲਟੈਂਟ ਕਿਹੋ ਜਿਹਾ ਚੁਣਨਾ ਹੈ, ਠੀਕ ਹੈ। ਮੈਂ ਹਮੇਸ਼ਾ ਹੀ ਆਪਦੀ ਵੀਡੀਓ 'ਚ ਕਹਿੰਦਾ ਕਿ ਜਿਹੜੇ ਵੀ ਕੰਸਲਟੈਂਟ ਜਾਂ ਏਜੰਟ ਕੋਲ ਤੁਸੀਂ ਜਾਂਦੇ ਹੋ, ਉਹਦੀ ਭਾਵੇਂ ਐਡ ਜਿੰਨੀ ਮਰਜ਼ੀ ਵੱਡੀ ਹੋਵੇ, ਤੁਸੀਂ ਉਹਨੂੰ ਇੱਕ ਸਿੰਪਲ ਜਿਹਾ ਸਵਾਲ ਪੁੱਛਣਾ ਕਿ ਭਰਾਵਾ ਤੂੰ ਮੈਨੂੰ ਅੰਬੈਸੀ ਦੇ ਵਿੱਚ ਤੂੰ ਰਿਪਰੈਜ਼ੈਂਟ ਕਰ ਸਕਦਾ, ਕੀ ਤੇਰੀ ਕੰਪਨੀ ਦਾ ਨਾਮ ਜਾਊਗਾ ਅੰਬੈਸੀ ਦੇ ਵਿੱਚ ਜਦੋਂ ਤੂੰ ਮੇਰੇ ਲੜਕੇ ਦੀ ਜਾਂ ਲੜਕੀ ਦੀ ਫਾਈਲ ਲਾਏਂਗਾ? ਤੁਹਾਨੂੰ ਆਪੇ ਹੀ ਸਵਾਲ ਮਿਲ ਜਾਊਗਾ ਵੀ ਉਹਦਾ ਜਿਹੜਾ ਜਵਾਬ ਹੈ ਨਾ, ਤੁਹਾਨੂੰ ਆਪੇ ਹੀ ਮਿਲ ਜਾਊਗਾ। ਜੇ ਤਾਂ ਉਹ ਕੈਨੇਡੀਅਨ ਲਾਇਰ ਜਾਂ ਰੈਗੂਲੇਟਡ ਕੰਸਲਟੈਂਟ ਹੋਊਗਾ ਤਾਂ ਉਹਨੇ ਤੁਹਾਨੂੰ ਦੱਸ ਦੇਣਾ, ਨਹੀਂ ਤਾਂ ਗੱਲਾਂ ਤੁਸੀਂ ਜਿੰਨੀਆਂ ਮਰਜ਼ੀ ਅਗਲੇ ਤੋਂ ਸੁਣ ਲਓ, ਠੀਕ ਹੈ। ਉਹਦਾ ਕੋਈ ਹੱਲ ਨਹੀਂਗਾ। ਜਦੋਂ ਆਪਾਂ ਇਹ ਗੱਲਬਾਤ ਸ਼ੁਰੂ ਕੀਤੀ ਸੀ ਨਾ, ਤੁਸੀਂ ਕਿਹਾ ਸੀ ਕਿ ਅਸੀਂ ਜਦੋਂ ਕੈਨੇਡਾ ਤੋਂ ਆਏ ਸੀ ਅਸੀਂ ਕੁਝ ਹੋਰ ਸੋਚ ਕੇ ਆਏ ਸੀ। ਹਾਂਜੀ। ਇੱਥੇ ਆ ਕੇ ਕੀ ਹੋਇਆ? ਮੈਂ ਤੁਹਾਨੂੰ ਕਈ ਵਾਰ ਕੀ ਹੁੰਦਾ ਕਿ ਤੁਹਾਨੂੰ ਗੁੱਸਾ ਵੀ ਚੜ੍ਹਦਾ, ਕਈ ਵਾਰ ਤੁਹਾਨੂੰ ਲੱਗਦਾ ਕਿ ਫਾਇਦਾ ਕੋਈ ਨਹੀਂਗਾ, ਜਿੰਨਾ ਮਰਜ਼ੀ ਤੁਸੀਂ ਮੰਨ ਲਓ ਕਿਸੇ ਨੂੰ ਦੱਸ ਲਓ। ਹੁਣ ਕਈ ਵਾਰ ਸਾਨੂੰ ਕਾਲ ਆਉਂਦੀ ਹੈ ਵੀ ਉਹਨਾਂ ਦਾ ਮੇਨ ਮਕਸਦ ਹੁੰਦਾ ਕਿ ਸਾਡੇ ਬੱਚੇ ਨੂੰ ਤੁਸੀਂ ਕੈਨੇਡਾ ਪਹੁੰਚਾ ਦਿਓ, ਠੀਕ ਹੈ। ਜਾਂ ਉਹਨੂੰ ਲੱਗਦਾ ਹੈ ਕਿ ਵੀ ਕਈ ਤਾਂ ਇਹ ਪੁੱਛਦੇ ਕਿ ਤੁਹਾਡੀ ਕੋਈ ਅੰਬੈਸੀ ਦੇ ਵਿੱਚ ਤਾਂ ਕੋਈ ਸੈਟਿੰਗ ਹੈਗੀ ਹੈ, ਠੀਕ ਹੈ। ਕੋਈ ਕਹਿੰਦਾ ਕਿ ਜੇ ਸਾਡੇ ਬੱਚੇ ਦੇ 2 ਮੋਡਿਊਲ ਤੇ 5.5 ਬੈਂਡ ਨੇ, ਕਿ ਤੁਹਾਡੀ ਕੋਈ ਆਈਲੈਟਸ ਦੇ ਵਿੱਚ ਕੋਈ ਸੈਟਿੰਗ ਹੈ, ਸਾਨੂੰ ਕੋਈ ਤੁਸੀਂ ਬੈਂਡ ਦਵਾ ਸਕਦੇ ਹੋ। ਤੁਸੀਂ ਕੀ ਕਹਿੰਦੇ ਹੋ? ਹੁਣ ਤੁਸੀਂ ਕਿਉਂਕਿ ਦੇਖੋ ਹੁੰਦਾ ਕੀ ਹੈ ਕਿ ਈਵਨ ਕਿ ਸਾਡੇ ਦਫ਼ਤਰ ਦੇ ਵਿੱਚ ਵੀ ਕਈ ਬੰਦੇ ਹੁੰਦੇ ਆ, ਉਹ ਕਹਿੰਦੇ ਜੀ ਅਸੀਂ ਫੇਕ ਡਿਗਰੀਜ਼ ਵੀ ਬਣਾ ਦਿੰਦੇ ਆ, ਜੇ ਕਿਸੇ ਦਾ ਗੈਪ ਪੂਰਾ ਕਰਨਾ ਹੈ, ਜੇ ਕਿਸੇ ਦਾ 2 ਸਾਲ ਦਾ ਗੈਪ ਹੈ ਤੁਹਾਨੂੰ ਡਿਪਲੋਮਾ ਬਣਾ ਦਾਂਗੇ ਅਸੀਂ, ਜੇ ਕਿਸੇ ਦਾ 3 ਸਾਲ ਦਾ ਗੈਪ ਹੈ ਤੁਹਾਨੂੰ ਡਿਗਰੀ ਬਣਾ ਦਾਂਗੇ, ਜੁਗਾੜ ਲਾ ਦਾਂਗੇ। ਹੁਣ ਉਹਨਾਂ ਦੀ ਗੱਲਾਂ ਸੁਣ ਕੇ ਹਾਸਾ ਵੀ ਆਉਂਦਾ, ਠੀਕ ਹੈ, ਤੇ ਤਰਸ ਵੀ ਆਉਂਦਾ ਉਹਨਾਂ ਬੱਚਿਆਂ ਦੇ ਉੱਤੇ ਜਿਨ੍ਹਾਂ ਨੇ ਉਹਨਾਂ ਦੇ ਜਾਲ ਦੇ ਵਿੱਚ ਫਸਣਾ ਹੈ, ਠੀਕ। ਹੁਣ ਅੱਜ ਹੀ ਤੁਸੀਂ ਹਿਸਾਬ ਲਾ ਲਓ, ਅੱਜ ਵੀ ਮੈਨੂੰ ਦਿਨ ਦੀਆਂ 3 ਕਾਲਾਂ ਇਹੋ ਜਿਹੀਆਂ ਆ ਚੁੱਕੀਆਂ ਨੇ ਵੀ ਜਿਨ੍ਹਾਂ ਦੇ ਬੱਚੇ ਦੇ ਇੱਕ ਮੋਡਿਊਲ 'ਚ 5.5, ਉਹਨਾਂ ਨੇ 2-3 ਵਾਰੀ ਪੇਪਰ ਦੇ ਲਿਆ ਪਰ ਇੱਕ ਮੋਡਿਊਲ 'ਚ 5.5 ਰਹਿ ਜਾਂਦੇ ਆ। ਇੱਕ ਬੱਚਾ ਸੀਗਾ ਜਿਨ੍ਹਾਂ ਦੇ 2 ਮੋਡਿਊਲ 'ਚ 5.5 ਆ, ਉਹਨਾਂ ਦੇ ਫਾਦਰ ਨੇ ਆਪ ਹੀ ਪੁੱਛ ਲਿਆ ਭਾਜੀ ਕੋਈ ਹੋਰ ਤਰੀਕਾ ਨਹੀਂ ਗਾ ਬੈਂਡ ਦਵਾਉਣ ਦਾ, ਠੀਕ ਹੈ। ਸਾਡੇ ਬੱਚੇ ਨੇ ਤਾਂ ਜ਼ੋਰ ਲਾ ਲਿਆ। ਹੁਣ ਗੱਲ ਕੀ ਹੈ ਕਿ ਹੁਣ ਅਸੀਂ ਤਾਂ ਚਲੋ ਸਹੀ ਤਰੀਕੇ ਨਾਲ ਚੱਲਦੇ ਹਾਂ, ਕੋਈ ਲਾਇਸੈਂਸ ਹੈਗੇ ਆ, ਸਾਨੂੰ ਅੰਬੈਸੀ ਵੱਲੋਂ ਹਦਾਇਤਾਂ ਵੀ ਨੇ ਕਿ ਤੁਸੀਂ ਇਕੱਲੀ ਫਾਈਲ ਨਹੀਂ ਲਾਉਣੀ, ਜਿਹੜਾ ਮੰਨ ਲਓ ਕੋਈ ਬੱਚਾ ਹੈ ਜਾਂ ਉਹਦੇ ਪੇਰੈਂਟਸ ਨੇ, ਉਹਨਾਂ ਨੂੰ ਤੁਸੀਂ ਐਜੂਕੇਟ ਵੀ ਕਰਨਾ ਕਿ ਕੈਨੇਡਾ ਇਮੀਗ੍ਰੇਸ਼ਨ ਕੰਮ ਕਿਵੇਂ ਕਰਦੀ ਹੈ। ਹੁਣ ਜਿਵੇਂ ਕਿ ਆ ਮਾਰਚ ਦਾ ਮਹੀਨਾ ਹੈ, ਠੀਕ ਹੈ, ਜਿਵੇਂ ਸਾਡੀ ਕੰਪਨੀ CICC ਮੈਂਬਰ ਹੈ, ਜਿਹੜੇ ਸਾਡੇ ਕੰਪਨੀ ਦੇ CICC ਮੈਂਬਰ ਵੀ ਜਿਹੜੇ ਹੈਗੇ ਨੇ, ਜਿਹੜੇ ਜਿਨ੍ਹਾਂ ਦੇ ਅੰਡਰ ਕੰਪਨੀ ਲਾਇਸੈਂਸ ਹੈ, ਠੀਕ ਹੈ, ਉਹ ਵੀ ਸਾਨੂੰ ਇਨਸਟਰਕਸ਼ਨਸ ਮਤਲਬ ਵੀਕਲੀ ਬੇਸਿਸ ਸਾਨੂੰ ਮਿਲਦੀਆਂ ਨੇ। ਪਲੱਸ ਜਿਵੇਂ ਆਹ ਮਹੀਨਾ ਚੱਲਦਾ ਪਿਆ, ਠੀਕ ਹੈ, ਇਹ ਫਰਾਡ ਪ੍ਰੀਵੈਂਸ਼ਨ ਮੰਥ ਹੈ, ਵੀ ਇਹਦੇ ਵਿੱਚ ਜੇ ਤੁਸੀਂ YouTube ਦੇ ਉੱਤੇ ਤੁਸੀਂ ਸਰਚ ਕਰੋਗੇ CICC ਕੈਨੇਡਾ, ਜਿਹੜੀ ਆਰਗੇਨਾਈਜੇਸ਼ਨ ਹੈ ਜਿਹੜੀ ਸਾਨੂੰ ਲਾਇਸੈਂਸ ਦਿੰਦੀ ਹੈ, ਉਹ ਵੀਡੀਓਜ਼ ਪਾ ਰਹੀ ਹੈ ਤਾਂ ਬੱਚਿਆਂ ਨੂੰ, ਉਹਦੇ ਮਾਪਿਆਂ ਨੂੰ ਐਜੂਕੇਟ ਕਰ ਰਹੀ ਹੈ ਕਿ ਤੁਸੀਂ ਫਰਾਡ ਤੋਂ ਕਿਵੇਂ ਬਚਣਾ ਹੈ। ਵੀਡੀਓਜ਼ ਨੇ, ਤੁਸੀਂ ਜ਼ਰੂਰ ਖੋਲ ਕੇ ਦੇਖਿਓ ਜੀ, ਤੁਹਾਨੂੰ ਟਾਈਮ ਮਿਲੂਗਾ। ਮੈਂ ਫਿਰ ਰਿਪੀਟ ਕਰ ਦਿੰਦਾ, CICC ਕੈਨੇਡਾ, ਤੁਸੀਂ YouTube ਤੇ ਪਾ ਲਿਓ ਜੇ, ਭਾਵੇਂ ਤੁਸੀਂ ਇਹਨੂੰ Google ਤੇ ਪਾ ਲਿਓ ਜੇ, ਵੀਡੀਓਜ਼ ਨਿਕਲ ਆਉਣਗੀਆਂ, ਤੁਸੀਂ ਉਹਨਾਂ ਨੂੰ ਬਹਿ ਕੇ ਸੁਣੋ, ਤੁਹਾਨੂੰ ਬੜੀਆਂ ਚੀਜ਼ਾਂ ਕਲੀਅਰ ਹੋਣਗੀਆਂ। ਹੁਣ ਆਪਾਂ ਫਿਰ ਮੁੜ ਕੇ ਆਉਂਦੇ ਹਾਂ। ਹੁਣ ਕਈ ਜਿਹੜੇ ਪੇਰੈਂਟਸ ਸਾਨੂੰ ਕਹਿੰਦੇ ਜੀ ਹਾਂਜੀ
ਜਿਹੜਾ ਤੁਹਾਡਾ ਆਇਲਸ ਦਾ ਪੇਪਰ ਹੈ, ਸਾਨੂੰ ਉਹਦੇ 'ਚ ਕੋਈ ਜੁਗਾੜ ਲਾ ਦਿਓ, ਹੈ ਨਾ। ਇੱਕ ਤਾਂ ਜੁਗਾੜ ਸ਼ਬਦ ਮੈਂ ਬੜੀ ਦੇਰ ਸੀ ਮੈਂ ਭੁੱਲ ਗਿਆ ਸੀਗਾ, ਜਦੋਂ ਮੈਂ ਪੰਜਾਬ ਆਇਆ ਫਿਰ ਮੈਂ ਯੂਜ਼ ਕਰਨ ਲੱਗ ਗਿਆ। ਹੁਣ ਚੱਕਰ ਕੀ ਹੈ ਕਿ ਕੈਨੇਡਾ ਦੇ ਵਿੱਚ ਕੋਈ ਵੀ ਚੀਜ਼ ਹੈ ਜਾਂ ਹੈ ਜਾਂ ਨਹੀਂ ਹੈ, ਯੈਸ ਜਾਂ ਨੋ ਵਾਲਾ ਕੰਮ ਹੈ, ਠੀਕ ਹੈ। ਉੱਥੇ ਕੋਈ ਇਹ ਨਹੀਂਗਾ ਕਿ ਜੇ ਮਤਲਬ ਕਿਸੇ ਕੰਮ ਨੂੰ ਕਰਨ ਦੀ ਕਾਬਲੀਅਤ ਤੁਹਾਡੇ 'ਚ ਨਹੀਂ ਹੈਗੀ, ਇਹ ਨਹੀਂਗਾ ਕਿ ਤੁਸੀਂ ਕੋਈ ਫਰਾਡ ਕਰਕੇ ਤੁਸੀਂ ਕੁਛ ਚੀਜ਼ ਹਾਸਿਲ ਕਰ ਲਓਗੇ ਜਾਂ ਕੁਛ ਕਰ ਲਓਗੇ। ਉਸੇ ਤਰੀਕੇ ਨਾਲ ਹੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜੇ ਤੁਹਾਨੂੰ ਕੋਈ ਕਹਿੰਦਾ ਹੈ ਕਿ ਮੈਂ ਆਇਲਸ ਦਾ ਤੁਹਾਨੂੰ ਫੇਕ ਪੇਪਰ ਦਵਾ ਦਿੰਦਾ ਜਾਂ ਤੁਹਾਨੂੰ ਮੈਂ ਫੇਕ ਡਿਗਰੀ ਦਵਾ ਦਿੰਦਾ, ਹੈ ਨਾ, ਉਹ ਐਟ ਦਾ ਐਂਡ ਆਫ ਦਾ ਡੇ ਜੇ ਤੁਸੀਂ ਐਮਬੈਸੀ 'ਚ ਤੁਸੀਂ ਉਸ ਪੇਪਰ ਨੂੰ ਲਾਉਂਦੇ ਹੋ, ਠੀਕ ਹੈ, ਤੇ ਓਬਵੀਅਸਲੀ ਉਹਨੇ ਫੜੇ ਜਾਣਾ, ਉਸ ਪੇਪਰ ਨੇ ਪਤਾ ਲੱਗ ਜਾਣਾ ਐਮਬੈਸੀ ਨੂੰ, ਤੇ ਉਹਦੇ ਨਾਲ ਤੁਸੀਂ, ਮੈਂ ਤਾਂ ਇਹ ਕਹਿੰਦਾ ਹੁੰਦਾ ਕਿ ਤੁਸੀਂ ਆਪਦਾ ਤੁਸੀਂ 5 ਸਾਲ ਵਾਸਤੇ 5 ਸਾਲ ਦਾ ਬੈਨ ਜੋ ਤੁਹਾਡਾ ਲੱਗਦਾ, ਹੈ ਨਾ, ਉਸ ਤੋਂ ਬਾਅਦ ਤੁਹਾਡਾ ਇੱਕ ਹਿਸਾਬ ਦਾ ਦਰਵਾਜ਼ਾ ਤੁਹਾਡਾ ਬੰਦ ਹੋ ਜਾਂਦਾ ਕੈਨੇਡਾ ਦਾ। ਔਰ ਮੈਂ ਤਾਂ ਇਹ ਕਹਿੰਦਾ ਕਿ ਤੁਸੀਂ ਆਪਦਾ ਨਹੀਂ, ਤੁਹਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਦੇ ਲਈ ਤੁਸੀਂ ਆਪਣਾ ਜਿਹੜਾ ਦਰਵਾਜ਼ਾ ਹੈ ਨਾ ਕੈਨੇਡਾ ਦਾ, ਉਹ ਤੁਸੀਂ ਬੰਦ ਕਰ ਦਿੰਦੇ ਹੋ। ਸਾਫ਼ ਭਾਸ਼ਾ 'ਚ ਕਹਿ ਦਈਏ ਤਾਂ ਤੁਹਾਡਾ ਬੇੜਾ ਗਰਕ ਹੋ ਗਿਆ। ਠੀਕ ਹੈ ਜੀ। ਪਰ ਇਹ ਤਾਂ ਮੰਨ ਲਿਆ ਕਿ ਜਿਹੜਾ ਬੰਦਾ, ਜਿਹੜਾ ਏਜੰਟ ਜੁਗਾੜ ਵਾਲਾ ਕੰਮ ਕਰਦਾ ਹੈ, ਹਾਂਜੀ, ਪਰ ਆਪਾਂ ਗੱਲ ਕਰਦੇ ਜੇ ਤੁਹਾਡੇ ਕੋਲ ਕੋਈ ਜੈਨੂਇਨ ਪ੍ਰੋਫਾਈਲਸ ਆਉਂਦੀਆਂ ਹੈ ਕਿਸੇ ਬੱਚੇ ਦੀਆਂ, ਕੋਈ ਪੇਰੈਂਟਸ ਲੈ ਕੇ ਆਪਣੇ ਬੱਚੇ ਦੀ ਪ੍ਰੋਫਾਈਲ ਆਉਂਦੇ ਆ, ਤੁਸੀਂ ਚਾਹੁੰਦੇ ਸੀਗੇ ਕਿ ਤੁਸੀਂ ਇੱਕ ਵਾਈਟ ਕਾਲਰ ਜੌਬ ਵਾਲੇ ਬੱਚੇ ਇੱਥੋਂ ਭੇਜੋ, ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਸਲਾਹ ਦਿੰਦੇ ਆ ਕਿ ਜੇਕਰ ਬੱਚਾ ਇੱਥੇ ਤੁਹਾਡੇ ਕੋਲ ਆਉਂਦਾ ਹੈ? ਦੇਖੋ ਮੈਂ ਤੁਹਾਨੂੰ ਦੱਸਦਾ, ਦੇਖੋ ਜ਼ਿਆਦਾਤਰ ਬੱਚਿਆਂ ਜਿਹੜੇ ਪੇਰੈਂਟਸ ਨੇ ਨਾ, ਪੇਰੈਂਟਸ ਜਿਹੜਾ ਪੰਜਾਬ ਦਾ ਜਿਹੜਾ ਕਲਾਇੰਟ ਅਸੀਂ ਦੇਖਿਆ, ਉਹਨੇ ਨਾ ਕੈਨੇਡਾ ਦਾ ਨਾਮ ਬੜਾ ਵੱਡਾ ਉਹਦੇ ਵਾਸਤੇ, ਉਹ ਆਪਣੀ ਜਿਹੜਾ ਮਤਲਬ ਫਿਊਚਰ ਹੈ ਨਾ ਕੈਨੇਡਾ ਦੇ ਨਾਂ ਤੇ ਨਾ ਬੜੇ ਸਸਤੇ ਦੇ ਵਿੱਚ ਉਹਨੂੰ ਸੈਲ ਆਊਟ ਕਰ ਦਿੰਦਾ, ਜਾਂ ਮੈਂ ਪੰਜਾਬੀ 'ਚ ਕਹਾਂ ਕਿ ਉਹਨੂੰ ਵੇਚ ਦਿੰਦਾ। ਪੇਰੈਂਟਸ ਦੀ ਜ਼ਿਆਦਾਤਰ ਕੋਸ਼ਿਸ਼ ਇਹ ਹੁੰਦੀ ਹੈ ਕਿ ਜੀ ਭਾਜੀ ਆਹ ਪਿਆ ਪਾਸਪੋਰਟ, ਆਹ ਬੱਚੇ ਦੇ ਮਾਰਕਸ਼ੀਟਾਂ ਨੇ, ਉਹਦਾ ਆਇਲਸ ਦਾ ਰਿਜ਼ਲਟ ਹੈ ਜਾਂ ਪੀਟੀ ਕੀਤੀ ਕਿਸੇ ਨੇ, ਹੈ ਨਾ, ਤੇ ਜੀ ਸਾਡਾ ਵੀਜ਼ਾ ਲਵਾ ਦਿਓ, ਠੀਕ ਹੈ। ਮੈਂ ਸਰਪ੍ਰਾਈਜ਼ ਹੁੰਦਾ ਕਿ ਇਵਨ ਕਿ ਜਿਹੜਾ ਬੱਚਾ ਵੀ ਕੋਲ ਬੈਠਾ ਹੁੰਦਾ ਉਹ ਨਹੀਂ ਤੁਹਾਨੂੰ ਦੱਸਦਾ ਕਿ ਉਹਨੇ ਕਿਹੜੇ ਕੋਰਸ 'ਚ ਜਾਣਾ, ਠੀਕ ਹੈ, ਜਾਂ ਕੀ ਪੜ੍ਹਨਾ ਚਾਹੁੰਦਾ, ਜਾਂ ਕਿਹੜੀ ਪ੍ਰੋਵਿੰਸ ਦੇ ਵਿੱਚ ਜਾਣਾ ਚਾਹੁੰਦਾ। ਉਹਨੂੰ ਬਸ ਇੱਕ ਹੀ ਟਾਰਗੇਟ ਹੁੰਦਾ ਕਿ ਮੇਰਾ ਕੈਨੇਡਾ ਦਾ ਵੀਜ਼ਾ ਲਵਾ ਦਿਓ, ਕੈਨੇਡਾ ਬਸ, ਠੀਕ ਹੈ। ਉਹਨੂੰ ਪਤਾ ਨਹੀਂ, ਕਿਉਂਕਿ ਦੇਖੋ ਮੈਂ ਵੀ ਇਸ ਚੀਜ਼ ਨੂੰ ਅੰਡਰਸਟੈਂਡ ਕਰਦਾ, ਮੈਂ ਆਪ ਵੀ ਇਸ ਚੀਜ਼ 'ਚੋਂ ਨਿਕਲਿਆ, ਮੈਂ ਵੀ ਆਇਲਸ ਦਿੱਤਾ ਆਪਣੀ +2 ਤੋਂ ਬਾਅਦ ਮੈਂ ਬਾਹਰ ਗਿਆ, ਮੈਂ ਬੱਚੇ ਦੀ ਉਸ ਕੰਡੀਸ਼ਨ ਨੂੰ ਸਮਝ ਸਕਦਾ। ਹੁਣ ਜਦੋਂ ਮੈਨੂੰ ਸੀਗਾ ਕਿ ਮੈਂ ਬਾਹਰ ਜਾਵਾਂ, ਬਸ ਮੇਰਾ ਵੀਜ਼ਾ ਲੱਗ ਜਾਏ, ਹੈ ਨਾ, ਬਾਹਰ ਜਾ ਕੇ ਕੰਮ ਵੀ ਕਰਨਾ ਪੈਣਾ ਹੈ, ਜਾਂ ਜਿਹੜਾ ਤੁਸੀਂ ਕੋਰਸ ਲੈ ਕੇ ਚੱਲੇ ਹੋ ਨਾ, ਉਸ ਕੋਰਸ ਨੂੰ ਕਰਨ ਤੋਂ ਬਾਅਦ ਤੁਹਾਡਾ ਉਸ ਤੋਂ ਆਉਣ ਵਾਲਾ ਫਿਊਚਰ ਕਿਹੋ ਜਿਹਾ ਹੋਊਗਾ, ਇਹ ਜੇ ਮੈਂ ਉਹ ਟਾਈਮ ਆਪਣਾ ਯਾਦ ਕਰਾਂ, ਇਹ ਤੁਹਾਡਾ ਕੋਰਸ ਡਿਸਾਈਡ ਕਰਦਾ ਹੈ, ਕੋਰਸ ਡਿਸਾਈਡ ਕਰਦਾ। ਕਈ ਵਾਰ ਜਿਹੜੇ ਬੱਚੇ ਨੇ ਇਹਨਾਂ ਚੀਜ਼ਾਂ ਦੇ ਬਾਰੇ ਨਹੀਂ ਸੋਚਦੇ, ਉਹਨਾਂ ਦਾ ਮੇਨ ਕੋਸ਼ਿਸ਼ ਹੁੰਦੀ ਹੈ ਕਿ ਬਸ ਅਸੀਂ ਕੈਨੇਡਾ ਤੁਰ ਜਾਈਏ, ਤੇ ਜਿਹੜੇ ਇੱਥੋਂ ਦੇ ਏਜੰਟ ਵੀ ਨੇ ਉਹ ਇਸ ਹਿਸਾਬ ਦੇ ਨਾਲ ਕੈਨੇਡਾ ਨੂੰ ਵੇਚਦੇ ਨੇ ਕਿ ਤੁਹਾਡਾ ਇੱਕ ਕੈਨੇਡਾ ਦਾ ਵੀਜ਼ਾ ਲੱਗ ਗਿਆ ਤਾਂ ਸਮਝੋ ਕਿ ਤੁਹਾਡੇ ਸਾਰੇ ਦੁੱਖ ਨੇ ਤੁਹਾਡੇ ਟੁੱਟ ਗਏ, ਤੁਸੀਂ ਸਮਝੋ ਕਿ ਬਸ ਕਾਮਯਾਬ ਹੋ, ਠੀਕ ਹੈ। ਉਹੀ ਸਭ ਤੋਂ ਵੱਡੀ ਗਲਤੀ ਹੈ, ਠੀਕ ਹੈ। ਅਸਲ ਦੇ ਵਿੱਚ ਕਹਾਣੀ ਸ਼ੁਰੂ ਹੁੰਦੀ ਹੈ ਜਦੋਂ ਤੁਹਾਡਾ ਕੈਨੇਡਾ ਦਾ ਵੀਜ਼ਾ ਲੱਗ ਜਾਂਦਾ ਹੈ ਨਾ, ਉਸ ਤੋਂ ਬਾਅਦ ਜਦੋਂ ਤੁਸੀਂ ਉੱਥੇ ਕੈਨੇਡਾ ਪਹੁੰਚਦੇ ਹੋ, ਠੀਕ ਹੈ, ਅੱਧੀਆਂ ਚੀਜ਼ਾਂ ਦਾ ਉਦੋਂ ਪਤਾ ਲੱਗਦਾ, ਠੀਕ ਹੈ। ਉੱਥੇ ਆ ਕੇ ਪਤਾ ਲੱਗਦਾ ਕਿ ਜਿਹੜਾ ਅਸੀਂ ਕੋਰਸ ਲਿਆ ਹੈ, ਕਈਆਂ ਦੇ ਨਾਲ ਤਾਂ ਇੰਨਾ ਕੁ ਵੱਡਾ ਧੋਖਾ ਹੋ ਜਾਂਦਾ ਕਿ ਜਦੋਂ ਉੱਥੇ ਬੱਚਾ ਜਾਂਦਾ, ਉੱਥੇ ਆ ਕੇ ਪਤਾ ਲੱਗਦਾ ਕਿ ਜਿਹੜੇ ਕਾਲਜ ਦੇ ਵਿੱਚ ਬੱਚਾ ਪੜ੍ਹਨ ਆਇਆ, ਉਸ ਪੜ੍ਹਨ ਤੋਂ ਬਾਅਦ ਉਹਨੂੰ ਵਰਕ ਪਰਮਿਟ ਨਹੀਂ ਮਿਲਣਾ, ਠੀਕ ਹੈ। ਤੇ ਬੱਚਿਆਂ ਦਾ ਹੁਣ ਕਿਉਂਕਿ ਸਾਡਾ ਪ੍ਰਾਈਵੇਟ ਕਾਲਜਸ, ਦੇਖੋ ਕਈ ਪ੍ਰਾਈਵੇਟ ਕਾਲਜ ਉੱਥੇ ਇਹੋ ਜਿਹੇ ਨੇ ਜਿੱਥੇ ਬੱਚੇ ਨੂੰ ਪੜ੍ਹਨ ਤੋਂ ਬਾਅਦ ਵਰਕ ਪਰਮਿਟ ਨਹੀਂ ਮਿਲਦਾ, ਠੀਕ ਹੈ। ਹੁਣ ਬੱਚੇ ਕਈ ਵਾਰ ਸਾਨੂੰ ਕੰਟੈਕਟ ਕਰਦੇ ਕਿ ਭਾਜੀ ਅਸੀਂ ਇਸ ਕਾਲਜ ਵਿੱਚ ਹੈਗੇ, ਸਾਨੂੰ ਹੁਣ ਪਤਾ ਲੱਗਿਆ ਇਹਦੇ ਵਿੱਚ ਪੜ੍ਹਨ ਤੋਂ ਬਾਅਦ ਵਰਕ ਪਰਮਿਟ ਨਹੀਂ ਮਿਲਣਾ, ਸਾਡਾ ਕਾਲਜ ਚੇਂਜ ਕਰਾ ਕੇ ਦਿਓ। ਤੇ ਜਦੋਂ ਅਸੀਂ ਉਹਨੂੰ ਪੁੱਛੀਦਾ ਕਿ ਇੰਡੀਆ ਤੋਂ ਤੁਰਨ ਤੋਂ ਪਹਿਲਾਂ ਤੂੰ ਇੰਨੀ ਚੀਜ਼ ਤੂੰ ਪਤਾ ਨਹੀਂ ਕੀਤਾ, ਆਨਲਾਈਨ ਸਭ ਕੁਝ ਪਤਾ ਲੱਗ ਜਾਂਦਾ, ਕਾਲਜ ਦਾ ਨਾਮ ਪਾਓ ਤੁਸੀਂ ਉਹਦਾ, ਠੀਕ ਹੈ, ਕਾਲਜ ਦਾ ਤੁਸੀਂ ਨਾਮ ਪਾਓਗੇ ਤੇ ਬੜੀ ਆਸਾਨੀ ਨਾਲ ਪਤਾ ਲੱਗ ਜਾਂਦਾ ਕਿ ਕਾਲਜ ਦੇ ਕੋਲ ਵਰਕ ਪਰਮਿਟ ਹੈ ਜਾਂ ਨਹੀਂ। ਤੇ ਉਹਦੀ ਕੋਸ਼ਿਸ਼ ਹੁੰਦੀ ਕਿ ਨਹੀਂ ਭਾਜੀ ਅਸੀਂ ਤਾਂ ਪਾਸਪੋਰਟ ਦੇਤਾ ਸੀਗਾ ਕੰਸਲਟੈਂਟ ਨੂੰ, ਬਾਅਦ ਚ ਵੀਜ਼ਾ ਲੱਗ ਗਿਆ ਤੇ ਅਸੀਂ ਜਹਾਜ਼ ਚੜ੍ਹ ਕੇ ਆ ਗਏ ਹਾਂ, ਜਾਂ ਕਈ ਕਹਿ ਦਿੰਦੇ ਭਾਜੀ ਸਾਨੂੰ ਕੰਸਲਟੈਂਟ ਨੇ ਦੱਸਿਆ ਹੀ ਨਹੀਂ। ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਜਿਹੜਾ ਬੱਚਾ +2 ਕਰ ਗਿਆ, ਈਵਨ ਕਿ ਗ੍ਰੈਜੂਏਟ ਬੱਚੇ ਵੀ, ਠੀਕ ਹੈ, +2 ਜਿਹੜਾ ਬੱਚਾ ਕਰ ਗਿਆ, ਠੀਕ ਹੈ, ਉਹਨੂੰ ਪਤਾ ਹੁੰਦਾ ਹੈ ਕਿ ਕਿਹੜੀ ਨਵੀਂ ਮੂਵੀ ਰਿਲੀਜ਼ ਹੋਈ ਹੈ, ਉਹਦੇ ਵਿੱਚ ਸਟਾਰ ਕਾਸਟ ਕੀ ਹੈ, ਡਾਇਰੈਕਟਰ ਕੌਣ ਹੈ, ਪਤਾ ਨਹੀਂ ਉਹਨੂੰ ਹਰ ਇੱਕ ਛੋਟੀ ਛੋਟੀ ਡਿਟੇਲ ਦਾ ਪਤਾ ਹੁੰਦਾ। ਜਾਂ ਆਪਣੀ ਨੈਟਫਲਿਕਸ ਦੀਆਂ ਵੈਬ ਸੀਰੀਜ਼ ਲਾ ਲਓ, ਠੀਕ ਹੈ, ਤੁਸੀਂ ਉਹਨੂੰ ਕਹੋਗੇ ਨਾ ਕਿ ਜਿਹੜੀਆਂ ਲੇਟੈਸਟ 15 ਤੋਂ 16 ਜਿਹੜੀਆਂ ਵੈਬ ਸੀਰੀਜ਼ ਚੱਲਦੀ ਪਈਆਂ, ਤੁਸੀਂ ਉਹਨੂੰ ਨਾਮ ਦੱਸ ਦਿਓ ਉਹਨਾਂ ਦੀ, ਤੁਸੀਂ ਕਿਸੇ ਬੱਚੇ ਨੂੰ ਪੁੱਛ ਲਓ ਕਿ ਉਹਨੂੰ ਪਤਾ ਹੋਊਗਾ, ਠੀਕ ਹੈ। ਪਰ ਉਸ ਬੱਚੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਜਿਹੜੇ ਕੋਰਸ ਦੇ ਵਿੱਚ ਜਾਂ ਕਿਹੜੇ ਕਾਲਜ 'ਚ ਮੈਂ ਪੜ੍ਹਨ ਜਾ ਰਿਹਾ, ਉੱਥੇ ਪੜ੍ਹਨ ਤੋਂ ਬਾਅਦ ਵਰਕ ਪਰਮਿਟ ਮਿਲੂਗਾ ਕਿ ਨਹੀਂ ਮਿਲੂਗਾ, ਸਮਝਦੇ ਹੋ। ਹੁਣ ਇਹ ਬੜੀ ਵੱਡੀ ਤਰਾਸਦੀ ਲਾ ਲਓ, ਜਾਂ
ਬੱਚਾ ਅਵੇਅਰ ਨਹੀਂਗਾ ਜਾਂ ਏਜੰਟ ਦੇ ਕੋਲ ਜਾ ਕੇ ਕਾਲ ਆ ਕਾਲ ਹੈ ਪੰਜਾਬ ਛੱਡਣ ਦੀ, ਇੰਡੀਆ ਛੱਡਣ ਦੀ ਕਾਲ ਆ। ਆਹ ਗੱਲ ਤੁਹਾਡੀ ਸਹੀ ਹੈ ਕਿ ਬਸ ਉਹਨੂੰ ਹੁੰਦਾ ਕਿ ਮੇਰਾ ਕਿਸੇ ਤਰੀਕੇ ਵੀਜ਼ਾ ਲੱਗ ਜੇ, ਠੀਕ ਹੈ, ਬਸ ਮੇਰਾ ਜਹਾਜ਼ ਦੀ ਬਾਰੀ ਨੂੰ ਕਰ ਮੇਰਾ ਹੱਥ ਪੈ ਜੇ ਤੇ ਬਸ ਉਸ ਤੋਂ ਬਾਅਦ ਮੈਂ ਸਾਰੀ ਦੁਨੀਆ ਜਿੱਤ ਲੈਣੀ ਹੈ। ਪਰ ਉਹਨੂੰ ਕਿਉਂਕਿ ਹੁਣ ਜਿਵੇਂ ਸਾਡੇ ਕੋਲ ਬੱਚਾ ਹੁੰਦਾ ਹੈ ਨਾ, ਚਲੋ ਇਹ ਤਾਂ ਗੱਲ ਹੋ ਗਈ ਆਮ ਜਿਵੇਂ ਜੋ ਪੰਜਾਬ 'ਚ ਹੋ ਰਿਹਾ। ਹੁਣ ਸਾਡੀ ਇਹ ਸੋਚ ਹੁੰਦੀ ਹੈ ਕਿ ਅਸੀਂ ਇਹ ਸੋਚ ਲੈ ਕੇ ਇੱਥੇ ਆਏ ਹਾਂ ਕਿ ਅਸੀਂ ਆਪਦੀ ਅਗਲੀ ਜਨਰੇਸ਼ਨ ਨੂੰ ਕਿਵੇਂ ਸਹੀ ਰਾਹੇ ਪਾਉਣਾ, ਉਹ ਸਾਡੇ ਤੋਂ ਵੀ ਥੋੜੇ ਟਾਈਮ ਦੇ ਵਿੱਚ ਕਿਵੇਂ ਬਾਹਰ ਜਾ ਕੇ ਕਾਮਯਾਬ ਹੋ ਜੇ, ਠੀਕ ਹੈ। ਤਾਂ ਹੀ ਜੇ ਚੰਗੇ ਬੱਚੇ ਕਾਮਯਾਬ ਹੋਣਗੇ ਤਾਂ ਹੀ ਉਹ ਬੱਚੇ ਮੰਨ ਲਓ ਚੰਗੀ ਜੌਬਾਂ ਦੇ ਉੱਤੇ, ਠੀਕ ਹੈ, ਸਿਸਟਮ ਦੇ ਵਿੱਚ ਜਦੋਂ ਉਹ ਜਾਣਗੇ ਤਾਂ ਹੀ ਆਪਣੀ ਕਮਿਊਨਿਟੀ ਵਾਸਤੇ ਕੁਛ ਨਾ ਕੁਛ ਕਰ ਪਾਉਣਗੇ ਨਾ। ਜੇ ਚੰਗੇ ਉੱਥੇ ਜਾ ਕੇ ਪੋਲੀਟੀਸ਼ੀਅਨ ਬਣਨਗੇ ਜਾਂ ਕਿਸੇ ਚੰਗੀ IT ਕੰਪਨੀਜ਼ ਦੇ ਵਿੱਚ ਜਾਣਗੇ ਜਾਂ ਮਕੈਨੀਕਲ ਕੰਪਨੀਜ਼ ਦੇ ਵਿੱਚ ਜਾਣਗੇ ਜਾਂ ਆਰਟਸ ਦੇ ਵਿੱਚ ਵੀ, ਜਾਂ ਮੰਨ ਲਓ ਤੁਸੀਂ ਕਹੋ ਕਿ ਹੋਟਲ ਇੰਡਸਟਰੀ ਦੇ ਵਿੱਚ ਵੀ ਜੇ ਉਹ ਚੰਗੇ ਕਾਲਜਿਸ ਦੇ ਵਿੱਚ ਪੜ੍ਹਨਗੇ, ਚੰਗੀ ਜਗ੍ਹਾ ਤੋਂ ਡਿਗਰੀਆਂ ਲੈਣਗੇ ਤਾਂ ਹੀ ਮੰਨ ਲਓ ਕਿਸੇ ਵੱਡੇ ਅਹੁਦਿਆਂ ਤੇ ਪਹੁੰਚਣਗੇ ਨਾ। ਹੁਣ ਸਾਡੀ ਸੋਚ ਇਹੀ ਹੈ ਕਿਉਂਕਿ ਅਸੀਂ ਉੱਥੇ ਜੋ ਰਹਿ ਕੇ ਸਿੱਖਿਆ ਇੰਨੇ ਸਾਲ, ਉੱਥੇ ਕੀ ਹੁੰਦਾ ਕਿ ਤੁਸੀਂ ਆਪਣੀ ਸੁਸਾਇਟੀ ਵਾਸਤੇ, ਆਪਣੀ ਅਗਲੀ ਆਉਣ ਵਾਲੀ ਜਨਰੇਸ਼ਨ ਵਾਸਤੇ ਕੀ ਕਰਦੇ ਪਏ ਹੋ। ਕਹਿਣ ਦਾ ਮਤਲਬ ਹੈ ਕਿ ਦਿਹਾੜੀਆਂ ਨਹੀਂ ਕਰਨੀਆਂ ਚਾਹੀਦੀਆਂ, ਪਰ ਗੱਲ ਇਹ ਨਾ ਕਿ ਇਹ ਚੀਜ਼ਾਂ ਗੱਲਾਂ ਨਾਲ ਨਹੀਂ ਨਾ ਸਹੀ ਹੋ ਸਕਦੀਆਂ, ਠੀਕ ਹੈ ਨਾ। ਹੁਣ ਮੇਰੀ ਤਾਂ ਚਲੋ ਬੜਾ ਵਧੀਆ ਉਪਰਾਲਾ ਤੁਸੀਂ ਕਰਦੇ ਪਏ ਹੋ, ਆਪਾਂ ਵੀਡੀਓ ਕਰਦੇ ਪਏ, ਹੁਣ ਪਤਾ ਨਹੀਂ ਕਿੰਨੇ ਲੋਕਾਂ ਤੱਕ ਪਹੁੰਚੂਗੀ। ਪਰ ਜੇ ਹਰੇਕ ਹੀ ਕੰਸਲਟੈਂਟ ਇਹ ਚੀਜ਼ ਸੋਚਣ ਲੱਗ ਜੇ, ਪਰ ਮੈਂ ਦੇਖਿਆ ਕਿ ਹੁਣ ਜਿਵੇਂ ਹੁਣ ਆਪਾਂ ਸਾਰੇ ਜਣੇ ਜਾਂ ਮਤਲਬ ਬੱਚੇ ਨੇ ਜਾਂ ਉਹਨਾਂ ਦੇ ਮਾਪੇ ਕੈਨੇਡਾ ਜਾਣਾ ਚਾਹੁੰਦੇ, ਕਿਉਂ ਜਾਣਾ ਚਾਹੁੰਦੇ ਕਿ ਉੱਥੇ ਸਿਸਟਮ ਵਧੀਆ। ਹੁਣ ਜਿਵੇਂ ਮੈਂ ਉਸ ਸਿਸਟਮ ਦੇ ਵਿੱਚ ਇੰਨੇ ਸਾਲ ਜਦੋਂ ਰਹਿਣ ਤੋਂ ਬਾਅਦ ਜੋ ਸਾਨੂੰ ਮਹਿਸੂਸ ਇਹ ਹੁੰਦਾ ਕਿ ਪੈਸਾ ਹੀ ਕਮਾਉਣਾ ਸਭ ਕੁਝ ਨਹੀਂਗਾ, ਠੀਕ ਹੈ। ਜੇ ਇਸ ਸੁਸਾਇਟੀ 'ਚ ਤੁਸੀਂ ਰਹਿੰਦੇ ਹੋ, ਤੁਸੀਂ ਉਸ ਸੁਸਾਇਟੀ ਨੂੰ ਵਾਪਸ ਕੀ ਕਰ ਰਹੇ ਹੋ, ਉਹ ਸਭ ਤੋਂ ਮੇਨ ਚੀਜ਼ ਹੈ ਜੋ ਅਸੀਂ ਸਿੱਖੀ ਹੈ। ਉੱਥੇ ਬੱਚੇ ਨੂੰ ਹੁਣ ਜਿਵੇਂ ਸਾਡੇ ਬੱਚੇ ਨੇ ਸਕੂਲ ਪੜ੍ਹਦੇ ਹਨ, ਮੈਂ ਉਹਨਾਂ ਨੂੰ ਵੀ ਦੇਖਦਾ ਕਿਵੇਂ ਸਕੂਲ ਦੇ ਵਿੱਚ ਕਿਵੇਂ ਉਹਨਾਂ ਨੂੰ ਪੜ੍ਹਾਉਂਦੇ, ਉਹਨਾਂ ਨੂੰ ਦੇਖ ਕੇ ਬੜਾ ਕੁਝ ਸਿੱਖਣ ਨੂੰ ਮਿਲਦਾ ਕਿ ਉਹ ਜਿਹੜੇ ਇੱਕ ਸਿਟੀਜ਼ਨ ਹੈ ਬੱਚੇ ਨੂੰ ਕਿਵੇਂ ਤਿਆਰ ਕਰਦੇ ਪਏ ਆ, ਠੀਕ ਹੈ ਨਾ। ਉਹਨਾਂ ਨੂੰ ਵੀ ਆਪਣੇ ਦੇਸ਼ ਦੇ ਪ੍ਰਤੀ ਵਫਾਦਾਰੀ, ਠੀਕ ਹੈ, ਆਪਣੇ ਸਿਸਟਮ ਦੇ ਪ੍ਰਤੀ ਵਫਾਦਾਰੀ, ਪਹਿਲਾਂ ਉਹ ਸਾਰੀਆਂ ਚੀਜ਼ਾਂ ਸਿਖਾਉਂਦੇ ਆ। ਉਹਨਾਂ ਨੂੰ ਇਹ ਨਹੀਂ ਸਿਖਾਉਂਦੇ ਕਿ ਤੁਸੀਂ ਮੰਨ ਲਓ ਸਾਇੰਟਿਸਟ ਬਣਨਾ ਜਾਂ ਤੁਸੀਂ ਵੱਧ ਮਾਰਕਸ ਲੈਣੇ ਨੇ ਜਾਂ ਕਲਾਸ ਦੇ ਵਿੱਚ ਫਸਟ ਹੋਣਾ, ਚੰਗਾ ਇਨਸਾਨ ਕਿਵੇਂ ਬਣਨਾ, ਸਭ ਤੋਂ ਪਹਿਲਾਂ ਉਹ ਚੀਜ਼ ਸਿਖਾਉਂਦੇ ਆ, ਠੀਕ ਹੈ। ਹੁਣ ਉਹ ਚੀਜ਼ਾਂ ਨੂੰ ਦੇਖ ਕੇ ਜਦੋਂ ਕਈ ਵਾਰ ਆਪਣੇ ਆਪ ਨੂੰ ਕੰਪੇਅਰ ਕਰੀਦਾ ਤੇ ਬੜਾ ਗੁੱਸਾ ਹੁੰਦਾ ਆਪਣੇ ਆਪ ਤੇ ਵੀ ਜਿਵੇਂ ਪੰਜਾਬ 'ਚ ਰਹਿ ਕੇ ਜਾਂ ਮੰਨ ਲਓ ਸਾਡੀ ਇੱਥੇ ਸੋਚ ਬੜੀ ਡਿਫਰੈਂਟ ਹੈ। ਇੱਥੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਮੇਰਾ ਭਲਾ ਕਿਵੇਂ ਹੋ ਸਕਦਾ, ਠੀਕ ਹੈ। ਆਪਾਂ ਕਈ ਵਾਰ ਕਹਿੰਦੇ ਕਿ ਸਰਕਾਰ ਨੇ ਆਹ ਨਹੀਂ ਕੀਤਾ ਜਾਂ ਸਾਡੇ ਸਮਾਜ ਨੇ ਸਾਡੇ ਵਾਸਤੇ ਆਹ ਨਹੀਂ ਕੀਤਾ, ਪਰ ਪਹਿਲਾਂ ਤੁਹਾਨੂੰ ਇਹ ਪੁੱਛਣਾ ਚਾਹੀਦਾ ਕਿ ਤੁਸੀਂ ਸਮਾਜ ਲਈ ਕੀ ਕੀਤਾ, ਠੀਕ ਹੈ। ਉਹ ਗੱਲ ਇਹ ਹੁੰਦੀ ਹੈ ਕਿ ਵੀ ਪਹਿਲਾਂ ਮੁਰਗੀ ਹੈ ਕਿ ਅੰਡਾ, ਹਨਾ। ਹੁਣ ਆਪਾਂ ਕੋਸ਼ਿਸ਼ ਕਰਦੇ ਕਿ ਪਹਿਲਾਂ ਸਰਕਾਰ ਸਾਡੇ ਵਾਸਤੇ ਕੁਝ ਕਰੇ, ਫਿਰ ਅਸੀਂ ਸਰਕਾਰ ਵਾਸਤੇ ਕਰਾਂਗੇ, ਕਿਸੇ ਨੂੰ ਤਾਂ ਪਹਿਲ ਕਰਨੀ ਪਊਗੀ। ਮੈਂ ਸੌਖੇ ਸ਼ਬਦਾਂ ਦੇ ਵਿੱਚ ਇੱਕ ਗੱਲ ਕਹਿਣੀ ਚਾਹੂੰਗਾ ਕਿ ਤੁਸੀਂ 2 ਮਿੰਟ ਲੈ ਲਓ, 3 ਮਿੰਟ ਲੈ ਲਓ, ਭਾਵੇਂ 4 ਮਿੰਟ ਲੈ ਲਓ, ਮੈਂ ਵਿਚਾਲੇ ਕੁਝ ਨਹੀਂ ਬੋਲੂੰਗਾ। ਮੰਨ ਲਓ ਕਿ ਤੁਹਾਡੇ ਕੋਲ ਇੱਕ ਸਟੂਡੈਂਟ ਆਇਆ, ਇੱਕ ਬੱਚਾ ਹੈ, ਨਾਲ ਉਹਦੇ ਮੰਨ ਲਓ ਪੇਰੈਂਟਸ ਆਏ ਨੇ, ਉਹ ਮੈਂ ਹੀ ਆ, ਤੇ ਤੁਸੀਂ ਮੈਨੂੰ ਕਨਵਿੰਸ ਕਰਨਾ ਹੈ ਕਿ ਤੂੰ ਕੈਨੇਡਾ ਜਾਣਾ ਹੈ, ਤੇਰੇ ਇੰਨੇ ਬੈਂਡ ਨੇ, ਤੇਰੇ ਆਹ ਐਕੈਡੈਮਿਕਸ ਨੇ, ਤੇ ਤੂੰ ਉੱਥੇ ਜਾ ਕੇ ਆਹ ਵਾਲੀ ਜੌਬ ਕਰਨੀ, ਕਿਹੜੀ ਸਿਟੀ ਕਿਹੜੇ ਫੀਲਡ ਲਈ ਕਿਵੇਂ ਵਧੀਆ ਹੈ, ਕੀ ਉਹ ਕਿਹੜੀ ਸਿਟੀ ਕਿਸ ਤਰ੍ਹਾਂ ਦਾ ਕੰਮ ਆ ਸਕਦਾ। ਮੈਂ ਜੋ ਦੇਖੋ ਜੋ ਮੈਂ ਜਿਹੜੇ ਹਿਸਾਬ ਨਾਲ ਮੈਂ ਚੱਲਦਾ, ਠੀਕ ਹੈ, ਦੇਖੋ ਸਭ ਕੁਝ ਹਰ ਕਿਸੇ ਕੋਲ ਸਭ ਕੁਝ ਨਹੀਂ ਹੁੰਦਾ। ਲੈਟਸ ਸੇ ਕਿ ਕੋਈ ਬੱਚਾ ਜਦੋਂ ਸਾਡੇ ਕੋਲ ਆਉਂਦਾ ਹੈ, ਆਪਾਂ ਸਭ ਤੋਂ ਪਹਿਲਾਂ ਤਾਂ ਬੱਚੇ ਦੇ ਅਕੈਡਮਿਕਸ ਦੇਖੀਦੇ ਨੇ, ਬੱਚਾ ਪੜ੍ਹਾਈ ਦੇ ਵਿੱਚ ਕਿਵੇਂ ਹੈ, ਠੀਕ ਹੈ ਨਾ। ਔਰ ਫਿਰ ਆਪਾਂ ਦੇਖੀਦਾ ਕਿ ਜਿਹੜੇ ਪੇਰੈਂਟਸ ਨੇ ਉਹ ਫਾਈਨੈਂਸ਼ੀਅਲੀ ਕਿੰਨੇ ਕੁ ਸਟਰੋਂਗ ਨੇ, ਠੀਕ ਹੈ। ਕਿਉਂਕਿ ਹੁੰਦਾ ਕੀ ਹੈ, ਅਸੀਂ ਇੱਕ ਚੀਜ਼ ਇਹ ਵੀ ਦੇਖੀ ਹੈ ਕਿ ਕਈ ਵਾਰ ਬੱਚਾ ਉੱਥੇ ਕੋਈ ਬੜਾ ਔਖਾ ਕੋਈ ਕੋਰਸ ਲੈ ਕੇ ਤੁਰ ਜਾਂਦਾ, ਠੀਕ ਹੈ। ਕਈ ਵਾਰ ਉਹ ਕੋਰਸ ਕੰਪਲੀਟ ਨਹੀਂ ਹੁੰਦਾ, ਉਹਨੂੰ ਆਪਣੀ ਪੜ੍ਹਾਈ ਵਿੱਚ ਛੱਡਣੀ ਪੈਂਦੀ ਹੈ, ਫਿਰ ਉਹਦੇ ਨਾਲ ਪੈਸਾ ਵੀ ਖਰਾਬ ਹੁੰਦਾ, ਟਾਈਮ ਵੀ ਖਰਾਬ ਹੁੰਦਾ। ਹੁਣ ਅਸੀਂ ਬੱਚੇ ਦੇ ਨਾਲ ਜਿਵੇਂ ਮੇਰਾ ਬੱਚੇ ਨੂੰ ਟੈਕਲ ਕਰਨ ਦਾ ਜਿਹੜਾ ਤਰੀਕਾ ਕੀ ਹੁੰਦਾ, ਆਪਾਂ ਬੱਚੇ ਨਾਲ ਬੈਠੀਦਾ, ਜੇ ਇਹਦਾ ਬੱਚਾ ਮਤਲਬ ਫਾਈਨੈਂਸ਼ੀਅਲੀ ਉਹਦੇ ਪੇਰੈਂਟਸ ਸਟਰੋਂਗ ਨੇ, ਠੀਕ ਹੈ, ਬੱਚਾ ਵੀ ਪੜ੍ਹਾਈ 'ਚ ਵਧੀਆ, ਠੀਕ ਹੈ, ਆਪਾਂ ਉਹਨੂੰ ਵਧੀਆ ਟੈਕਨੀਕਲ ਮਤਲਬ ਯੂਨੀਵਰਸਿਟੀ ਕੈਟੇਗਰੀ ਤੋਂ ਲੈ ਕੇ ਜਾਂ ਚੰਗਾ ਕਾਲਜ ਉਹਨੂੰ ਹਰ ਇੱਕ ਆਪਸ਼ਨ ਆਪਾਂ ਦਿੰਦੇ ਹਾਂ। ਤੇ ਆਪਾਂ ਪੇਰੈਂਟਸ ਨੂੰ ਵੀ ਕਹਿੰਦੇ ਹਾਂ ਕਿ ਜੇ ਆਪਾਂ ਚੰਗੀ ਯੂਨੀਵਰਸਿਟੀ 'ਚ ਬੱਚੇ ਨੂੰ ਪੜ੍ਹਾਉਣਾ ਹੈ ਤਾਂ ਚੰਗੇ ਕਾਲਜ ਦੇ ਵਿੱਚ ਪੜ੍ਹਾਉਣਾ ਹੈ, ਠੀਕ ਹੈ। ਉੱਥੇ ਹੋ ਸਕਦਾ ਕਿ ਤੁਹਾਨੂੰ ਕੱਲ੍ਹ ਨੂੰ ਉਹਨੂੰ ਫਾਈਨੈਂਸ਼ੀਅਲੀ ਵੀ ਸਪੋਰਟ ਕਰਨਾ ਪਵੇ, ਕਿਉਂਕਿ ਜਿਵੇਂ ਇੰਡੀਆ ਦੇ ਵਿੱਚ ਵੀ ਆਪਾਂ ਦੇਖੀ ਤਾਂ ਜੇ ਬੱਚਾ ਯੂਨੀਵਰਸਿਟੀ ਜਾ ਰਿਹਾ ਜਾਂ ਕਾਲਜ ਚੰਗੇ ਜਾ ਰਿਹਾ ਹੈ ਨਾ, ਉਹਨੂੰ ਪਾਕਟ ਮਨੀ ਪੇਰੈਂਟਸ ਦਿੰਦੇ ਨੇ, ਉਹਦਾ ਹਰ ਇੱਕ ਖਰਚਾ ਪੇਰੈਂਟਸ ਦਿੰਦੇ ਨੇ, ਠੀਕ ਹੈ। ਇੱਕ ਕੈਟੇਗਰੀ ਤਾਂ ਇਹ ਹੋਗੀ, ਠੀਕ ਹੈ, ਜਿਹਦੇ ਵਿੱਚ
ਵੀ ਬੱਚਾ ਬਾਹਰ ਜਾਣਾ ਚਾਹੁੰਦਾ ਹੈ, ਪੇਰੈਂਟਸ ਚਾਹੁੰਦੇ ਨੇ ਕਿ ਸਾਡਾ ਬੱਚਾ ਬਾਹਰ ਜਾਵੇ, ਜਾਂ ਉਹ ਫਾਈਨੈਂਸ਼ੀਅਲੀ ਵੀ ਸਾਊਂਡ ਹੁੰਦੇ ਨੇ, ਪਰ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਸਾਨੂੰ ਸਿਸਟਮ ਇੰਡੀਆ ਦੇ ਨਾਲੋਂ ਬੱਚੇ ਨੂੰ ਅਸੀਂ ਬਾਹਰ ਭੇਜਣਾ ਚਾਹੁੰਦੇ ਹਾਂ। ਠੀਕ ਹੈ, ਮੁੱਖ ਜਿਹੜਾ ਧਿਆਨ ਉਹਨਾਂ ਦਾ ਹਾਂ ਪੜ੍ਹਾਈ ਤੇ ਹੁੰਦਾ ਹੈ। ਠੀਕ ਹੈ, ਉਹ ਜਿਹੜਾ ਬੱਚਾ ਹੁੰਦਾ ਸਾਡੇ ਲਈ ਬੜਾ ਹੀ ਇੰਪੋਰਟੈਂਟ ਹੁੰਦਾ ਹੈ, ਕਿਉਂਕਿ ਉਹ ਜਿਹੜਾ ਬੱਚਾ ਹੈਗਾ ਉਹਨੂੰ ਅਸੀਂ ਚੰਗੀ ਡਿਗਰੀ ਦੇ ਵਿੱਚ ਉਹਨੂੰ ਆਪਾਂ ਪਾ ਸਕਦੇ ਹਾਂ, ਤਾਂ ਕਿ ਉਹ ਬੱਚਾ ਕੱਲ੍ਹ ਨੂੰ ਡਿਗਰੀ ਕਰਕੇ, ਕੋਈ ਮਾਸਟਰ ਡਿਗਰੀ ਕਰਕੇ ਵੱਡੇ ਅਹੁਦੇ ਤੱਕ ਪਹੁੰਚ ਸਕੇ। ਠੀਕ ਹੈ, ਤਾਂ ਕਿ ਸਾਨੂੰ ਪਤਾ ਕਿ ਇਹ ਬੱਚੇ ਨੇ ਉੱਥੇ ਜੇ ਕੈਨੇਡਾ ਰਹੂਗਾ, ਕੱਲ੍ਹ ਨੂੰ ਇਹੀ ਬੱਚੇ ਨੇ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਲੀਡ ਕਰਨਾ। ਠੀਕ ਹੈ ਨਾ, ਜੇ ਅੱਜ ਮੈਂ ਉਹਨੂੰ ਸਹੀ ਰਾਹੇ ਪਾਊਂਗਾ ਤੇ ਕੱਲ੍ਹ ਨੂੰ ਉਹ ਆਉਣ ਵਾਲੀ ਜਿਹੜੀ ਹੋਰ ਜਨਰੇਸ਼ਨਸ ਹੋਣਗੀਆਂ ਉਹਨਾਂ ਨੂੰ ਸਹੀ ਰਾਹੇ ਪਾਊਗਾ। ਠੀਕ ਹੈ, ਹੁਣ ਜਿਹੜੀ ਦੂਸਰੀ ਕੈਟੇਗਰੀ ਸਾਡੇ ਕੋਲ ਆਉਂਦੀ ਹੈ ਵੀ ਉਹਨਾਂ ਦੇ ਕੋਲ ਫਾਈਨੈਂਸ਼ੀਅਲੀ ਉਹ ਸਟਰੋਂਗ ਹੁੰਦੇ ਨੇ ਪੇਰੈਂਟਸ। ਠੀਕ ਹੈ, ਪਰ ਜਿਹੜਾ ਬੱਚਾ ਹੁੰਦਾ ਪੜ੍ਹਨ ਦੇ ਵਿੱਚ ਇੰਨਾ ਜ਼ਿਆਦਾ ਵਧੀਆ ਨਹੀਂ ਹੁੰਦਾ। ਠੀਕ ਹੈ, ਫਿਰ ਆਪਾਂ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਇਹਨੂੰ ਥੋੜਾ ਸੌਖਾ ਕੋਰਸ ਲੈ ਕੇ ਦਿੱਤਾ ਜਾਵੇ। ਠੀਕ ਹੈ, ਔਰ ਸੌਖਾ ਕੋਰਸ ਲੈ ਕੇ ਦਿੱਤਾ ਜਾਵੇ, ਔਰ ਬੱਚੇ ਨੂੰ ਕੁਛ ਆਪਾਂ ਨੂੰ ਸੁਜੈਸਟ ਕਰਦੇ ਹਾਂ ਕਿ ਕੈਨੇਡਾ ਦੇ ਹਿਸਾਬ ਦੇ ਨਾਲ ਕਿਹੜੇ ਕੋਰਸ ਵਧੀਆ ਨੇ। ਕੋਈ ਕੋਰਸ ਵੀ ਮਤਲਬ ਸੌਖਾ ਹੁੰਦਾ ਤਾਂ ਕਿ ਬੱਚਾ ਐਟਲੀਸਟ ਪੜ੍ਹਾਈ ਕੰਪਲੀਟ ਕਰਕੇ ਕੱਲ੍ਹ ਨੂੰ ਆਪਦਾ PR ਤੱਕ ਪਹੁੰਚ ਸਕੇ। ਠੀਕ ਹੈ ਨਾ, ਕੋਈ ਕਈ ਵਾਰ ਕੀ ਹੁੰਦਾ ਕਿ ਪੇਰੈਂਟਸ ਕੋਲ ਪੈਸਾ ਬਹੁਤ ਹੁੰਦਾ ਪਰ ਬੱਚਾ ਜਿਹੜਾ ਪੜ੍ਹਾਈ ਦੇ ਵਿੱਚ ਬਹੁਤ ਜ਼ਿਆਦਾ ਵੀ ਹਾਈਫਾਈ ਨਹੀਂ ਹੁੰਦਾ, ਕਿਉਂਕਿ ਇਹ ਵੀ ਚੀਜ਼ ਧਿਆਨ 'ਚ ਰੱਖਣੀ ਹੁੰਦੀ ਹੈ ਕਿ ਬੱਚਾ ਜਿਹੜਾ ਉੱਥੇ ਕੋਰਸ ਕਰਨ ਜਾ ਰਿਹਾ ਉਹਨੂੰ ਕੰਪਲੀਟ ਵੀ ਕਰੇ। ਠੀਕ ਹੈ, ਤਾਂ ਕਿ ਕੱਲ੍ਹ ਨੂੰ PR ਤੱਕ ਵੀ ਪਹੁੰਚ ਸਕੇ। ਠੀਕ ਹੈ, ਫਿਰ ਉਹਨੂੰ ਆਪਾਂ ਵੀ ਥੋੜਾ ਸੌਖਾ ਕੋਰਸ ਦਵਾ ਕੇ, ਠੀਕ ਹੈ, ਥੋੜਾ ਕੋਈ ਟੈਕਨੀਕਲ ਕੋਰਸ ਹੈ ਉਹ ਦਵਾ ਦਈਦਾ। ਠੀਕ ਹੈ, ਹੁਣ ਕਈ ਪ੍ਰੋਫਾਈਲ ਸਾਡੇ ਕੋਲ ਇਹੋ ਜਿਹੀਆਂ ਹੁੰਦੀਆਂ ਨੇ ਜਿਹਦੇ ਵਿੱਚ ਪੇਰੈਂਟਸ ਦੇ ਕੋਲ ਵੀ ਇਹਨਾਂ ਬਜਟ ਨਹੀਂ ਹੁੰਦਾ। ਠੀਕ ਹੈ, ਪਰ ਜਿਹੜਾ ਬੱਚਾ ਹੁੰਦਾ ਪੜ੍ਹਾਈ 'ਚ ਬਹੁਤ ਵਧੀਆ ਹੁੰਦਾ। ਠੀਕ ਹੈ, ਉਸ ਬੱਚੇ ਨੂੰ ਆਪਾਂ ਟੈਕਨੀਕਲ ਕੋਰਸਿਸ ਦਿੰਦੇ ਹਾਂ। ਠੀਕ ਹੈ, ਪਰ ਨਾਲ ਇਹ ਵੀ ਧਿਆਨ ਰੱਖੀਦਾ ਕਿ ਫੀਸ ਥੋੜੀ ਘੱਟ ਹੋਵੇ ਤਾਂ ਕਿ ਬੱਚੇ ਦੇ ਪੇਰੈਂਟਸ ਉੱਤੇ ਬਾਹਲਾ ਬੋਝ ਨਾ ਪਵੇ। IT ਫੀਲਡ ਦੇ ਨਾਲ ਰਿਲੇਟਡ। ਹਾਂਜੀ, ਹੁਣ ਉਹ ਵੀ ਤੁਹਾਨੂੰ ਮੈਂ ਪ੍ਰੋਵਿੰਸਿਸ ਵੀ ਦੱਸਦਾ ਕਿਹੜੀ ਪ੍ਰੋਵਿੰਸ ਦੇ ਵਿੱਚ ਕਿਵੇਂ ਜਾਣਾ ਚਾਹੀਦਾ। ਉਹ ਚੌਥੀ ਕੈਟੇਗਰੀ ਸਾਡੇ ਕੋਲ ਉਹ ਹੁੰਦੀ ਹੈ ਜਿਹਦੇ ਵਿੱਚ ਮਤਲਬ ਬੱਚਾ ਪੜ੍ਹਾਈ 'ਚ ਵੀ ਠੀਕ ਠਾਕ ਹੁੰਦਾ ਪਰ ਪੇਰੈਂਟਸ ਦੇ ਕੋਲ ਵੀ ਬਜਟ ਘੱਟ ਹੁੰਦਾ। ਫਿਰ ਉਹਨਾਂ ਦੀ ਕੋਈ ਇਸ਼ੂ ਵੀ ਸਾਡੀ ਇਹੀ ਹੁੰਦੀ ਕਿ ਕਿਸੇ ਸੌਖੇ ਕੋਰਸ ਦੇ ਵਿੱਚ ਭੇਜਿਆ ਜਾਵੇ ਤਾਂ ਕਿ ਬੱਚਾ ਐਟਲੀਸਟ ਕੱਲ੍ਹ ਨੂੰ ਪੜ੍ਹ ਕੇ ਆਪਦਾ PR ਤੱਕ ਪਹੁੰਚ ਸਕੇ। ਕਿਉਂਕਿ ਜੇ ਮੰਨ ਲਓ ਜੇ ਉਹ ਕਿਸੇ ਟੈਕਨੀਕਲ ਫੀਲਡ 'ਚ ਨਹੀਂ ਵੀ ਜਾ ਪਾ ਰਿਹਾ, ਠੀਕ ਹੈ ਨਾ, ਐਟਲੀਸਟ ਜੇ PR ਹੋ ਜਾਊਗਾ, ਕੱਲ੍ਹ ਨੂੰ ਜਿਹੜੀ ਆਪਣੀ ਅਗਲੀ ਜਨਰੇਸ਼ਨ ਹੈਗੀ ਹੈ ਉਹਨੂੰ ਕੈਨੇਡਾ ਦੇ ਸਟੈਂਡਰਡ ਦੇ ਅਕੋਰਡਿੰਗ ਵਧੀਆ ਪੜ੍ਹਾ ਕੇ ਉਹਨੂੰ ਗਾਂ ਅਗਲੇ ਸਟੈਪ 'ਤੇ ਲੈ ਕੇ ਜਾ ਸਕਦਾ। ਠੀਕ ਹੈ, ਹੁਣ ਡਿਪੈਂਡ ਉਹੀ ਕਰਦਾ ਕਿ ਤੁਹਾਡੇ ਪੇਰੈਂਟਸ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਕਿਹੋ ਜਿਹੀ ਹੈ, ਤੁਹਾਡਾ ਪੜ੍ਹਾਈ 'ਚ ਇੰਟਰਸਟ ਕਿੰਨਾ ਜ਼ਿਆਦਾ ਹੈਗਾ। ਠੀਕ ਹੈ, ਉਹਦੇ ਅਕੋਰਡਿੰਗ ਆਪਾਂ ਤੁਹਾਨੂੰ ਵਧੀਆ ਯੂਨੀਵਰਸਿਟੀ, ਵਧੀਆ ਕਾਲਜ ਆਪਾਂ ਤੁਹਾਨੂੰ ਚੂਜ਼ ਕਰਕੇ ਦਿੰਦੇ ਹਾਂ ਤਾਂ ਕਿ ਤੁਸੀਂ ਤਰੱਕੀ ਕਰ ਸਕੋ ਜ਼ਿੰਦਗੀ ਦੇ ਵਿੱਚ, ਵਾਈਟ ਕਾਲਰ ਜੌਬ ਕਰ ਸਕੋ। ਇਹ ਨਾ ਹੋਵੇ ਕਿ ਤੁਸੀਂ ਪੜ੍ਹਾਈ 'ਚ ਵੀ ਵਧੀਆ ਜੇ, ਠੀਕ ਹੈ, ਤੁਹਾਡੇ ਫਾਈਨੈਂਸ਼ੀਅਲਸ ਵੀ ਵਧੀਆ ਨੇ, ਸਿਰਫ ਆਪਣੀ ਕੋਈ ਕਮਿਸ਼ਨ ਦੇ ਚੱਕਰ ਦੇ ਵਿੱਚ ਵੀ ਫਲਾਣੇ ਕਾਲਜ ਦੇ ਵਿੱਚ ਮੈਨੂੰ ਵਧੀਆ ਕਮਿਸ਼ਨ ਮਿਲਦੀ ਹੈ, ਚਲੋ ਇਸ ਬੱਚੇ ਨੂੰ ਇਸ ਕੋਰਸ ਦੇ ਵਿੱਚ ਪਾ ਦਿੰਦੇ ਹਾਂ। ਠੀਕ ਹੈ, ਕਿਉਂਕਿ ਉਹ ਬੱਚਾ ਕੱਲ੍ਹ ਨੂੰ ਜਦੋਂ ਉਹਨੇ ਕੋਰਸ ਫਿਨਿਸ਼ ਕਰਨਾ ਹੈ, ਚਲੋ ਉਹਨੂੰ PR ਵੀ ਮਿਲ ਜੂਗੀ, ਦੈਨ ਵਾਟ। ਜਿਹੜੇ ਕਾਲਜਾਂ ਦੇ ਵਿੱਚ PR ਨਹੀਂ ਮਿਲਦੀ, ਜਿਹੜੇ ਸਰਕਾਰੀ ਨਹੀਂ ਨੇ, ਤੁਹਾਡੇ ਉਹਨਾਂ ਨਾਲ ਟਾਈ ਅਪਸ ਹੈਗੇ ਨੇ? ਨਹੀਂ, ਆਪਾਂ ਦੇਖੋ ਇਹੋ ਜਿਹੇ ਕਿਸੇ ਕਾਲਜ ਨਾਲ ਟਾਈ ਅਪ ਨਹੀਂ ਕਰਦੇ ਜਿੱਥੇ ਬੱਚੇ ਨੂੰ ਕੱਲ੍ਹ ਨੂੰ ਪੜ੍ਹਨ ਤੋਂ ਬਾਅਦ ਵਰਕ ਪਰਮਿਟ ਨਹੀਂ ਮਿਲਦਾ। ਆਪਾਂ ਬਿਲਕੁਲ ਇਸ ਚੀਜ਼ ਦੇ ਖਿਲਾਫ ਹਾਂ। ਦੇਖੋ, ਕਮਿਸ਼ਨ ਜਾਂ ਪੈਸਾ ਕਮਾਉਣਾ ਹੀ ਸਭ ਕੁਛ ਨਹੀਂ ਗਾ ਜ਼ਿੰਦਗੀ ਦੇ ਵਿੱਚ। ਪੰਜਾਬ ਦੇ ਵਿੱਚ ਆਉਣ ਦਾ ਮੇਰਾ ਮਕਸਦ ਸਿਰਫ ਇਹੀ ਹੈ, ਜੋ ਸਾਡਾ ਪੂਰੀ ਟੀਮ ਦਾ, ਕਿ ਜਿਹੜੀ ਅਗਲੀ ਜਨਰੇਸ਼ਨ ਹੈ ਜਿਹੜੀ ਉਹਨੂੰ ਸਹੀ ਤਰੀਕੇ ਨਾਲ ਗਾਈਡ ਕਰਕੇ, ਕਿਉਂਕਿ ਬਹੁਤ ਵੱਡੇ ਪੱਧਰ ਤੇ ਫਰਾਡ ਹੋ ਰਿਹਾ ਪੰਜਾਬ ਦੇ ਵਿੱਚ। ਪੈਕੇਜ ਸਿਸਟਮ ਵਾਲਾ ਗਾਈਡ ਤਾਂ ਨਹੀਂ ਕਰਦੇ ਤੁਸੀਂ? ਭਾਈ ਇਸ ਚੀਜ਼ ਦੇ ਉੱਤੇ ਮੈਂ ਟਿੱਪਣੀ ਨਾ ਹੀ ਕਰਾਂ ਤੇ ਵਧੀਆ। ਦੇਖੋ, ਅਸੀਂ ਬਿਲਕੁਲ ਅਸੀਂ ਨਾ ਤਾਂ ਅਸੀਂ ਪੈਕੇਜ ਸਿਸਟਮ ਕਰੀਏ ਤੇ ਨਾ ਹੀ ਅਸੀਂ ਫੀਸ ਆਫਟਰ ਵੀਜ਼ਾ ਕਰੀਏ। ਕੋਰੀ ਨਾ ਹੈ। ਕਿਉਂਕਿ ਇੱਕ ਹਿਸਾਬ ਦਾ, ਮੇਰੇ ਹਿਸਾਬ ਦੇ ਨਾਲ, ਅੰਬੈਸੀ ਦੇ ਨਾਲ ਧੋਖਾ ਹੈ। ਠੀਕ ਹੈ, ਤੇ ਕੌਣ ਕਰਦਾ ਕੌਣ ਨਹੀਂ ਕਰਦਾ ਇਸ ਚੀਜ਼ ਦੇ ਵਿੱਚ ਮੈਂ ਨਹੀਂ ਜਾ ਸਕਦਾ, ਅਸੀਂ ਨਹੀਂ ਕਰਦੇ। ਠੀਕ ਹੈ, ਹੁਣ ਤੁਸੀਂ ਆਪੇ ਸਮਝਦਾਰ ਹੋ ਕਿ ਹੁਣ ਦੇਖੋ ਮੈਂ ਆਪ ਕੈਨੇਡਾ 'ਚ ਰਹਿੰਦਾ ਤੇ ਸਾਡੀ ਕੰਪਨੀ ਵੀ ਉੱਥੇ ਹੈ, ਫਿਰ ਵੀ ਅਸੀਂ ਇਹ ਚੀਜ਼ ਨਹੀਂ ਕਰਦੇ। ਤੇ ਜਿਹੜੇ ਕਈ ਏਜੰਟ ਨੇ ਜਿਹੜੇ ਕਦੀ ਆਪ ਦਿੱਲੀ ਮਸਾਂ ਗਏ, ਜਾਂ ਮੰਨ ਲਓ ਕੈਨੇਡਾ ਤੋਂ ਆਪ ਦੀਆਂ ਉਹਨਾਂ ਦੀ ਕਿੰਨੀਆਂ ਰਿਫਿਊਜ਼ਲਸ ਨੇ, ਜਾਂ ਕੋਈ ਕੈਨੇਡਾ ਤੁਰ ਵੀ ਗਿਆ, ਕੋਈ ਮੰਨ ਲਓ 1-2 ਵਾਰੀ ਗੇੜਾ ਲਾ ਵੀ ਆਇਆ, ਜਿਹਨਾਂ ਦਾ ਆਪ ਦਾ ਐਕਸੈਸ ਨਹੀਂ ਗਾ, ਉਹ ਸਭ ਕੁਝ ਸਾਨੂੰ ਆਫਰਸ ਦੇ ਰਹੇ ਨੇ। ਠੀਕ ਹੈ, ਜਿਹਨਾਂ ਦੇ ਕਈਆਂ ਦੇ ਆਪ ਦੇ ਕੈਨੇਡਾ ਦੇ ਵੀਜ਼ੇ ਨਹੀਂ ਲੱਗੇ, ਉਹ ਬੱਚਿਆਂ ਦਾ ਫੀਸ ਆਫਟਰ ਵੀਜ਼ਾ ਜਾਂ ਪੈਕੇਜ ਸਿਸਟਮ ਕਰਦੇ ਪਏ ਨੇ। ਹੁਣ ਉਹ ਕਿਉਂ ਕਰਦੇ ਪਏ ਨੇ, ਉਹ ਉਹਨਾਂ ਦੇ ਪਿੱਛੇ ਉਹਨਾਂ ਦਾ ਰੀਜ਼ਨ ਕੀ ਹੈ? ਠੀਕ ਹੈ, ਉਹ ਚੀਜ਼ ਦੇ ਉੱਤੇ ਮੈਂ ਨਹੀਂ ਜਾਊਂਗਾ। ਬਾਕੀ ਜਿਹੜੇ ਸਾਡੇ ਵਿਊਅਰਸ ਨੇ ਉਹ ਆਪ ਸਮਝਦਾਰ ਨੇ ਉਹਨਾਂ ਦਾ। ਹੁਣ ਜਿਵੇਂ ਤੁਸੀਂ ਕੈਨੇਡਾ ਰਹਿ ਕੇ ਆਏ ਆ, ਤੁਹਾਨੂੰ ਉੱਥੇ ਦੀਆਂ ਕਾਫੀ ਚੰਗੀਆਂ ਔਰ ਮਾੜੀਆਂ ਗੱਲਾਂ ਦਾ ਪਤਾ ਹੈ। ਹੁਣ ਇੱਥੇ ਜਿਹੜਾ ਸਟੂਡੈਂਟ ਬੈਠਾ ਆ, ਹੁਣ ਸਟੂਡੈਂਟਸ ਇੱਕ ਦੂਸਰੇ ਨਾਲ ਇਹੀ ਗੱਲਾਂ ਕਰਦੇ ਨੇ ਕਿ ਉਹ ਸ਼ਹਿਰ ਦੇ ਵਿੱਚ ਵੱਧ ਕਮਾਈ ਆ, ਉਹ ਸ਼ਹਿਰ ਦੇ ਵਿੱਚ ਕੰਮ ਮਿਲਦਾ ਹੈ, ਨਹੀਂ ਮਿਲਦਾ ਹੈ। ਇਹਨਾਂ ਬਾਰੇ ਕੋਈ ਜਾਣਕਾਰੀ ਦੇ ਸਕਦੇ ਆ? ਦੇਖੋ, ਜੇ ਆਪਾਂ ਮੋਟੀ ਜੇ ਆਪਾਂ ਪੂਰੇ ਆਲ ਓਵਰ ਕੈਨੇਡਾ ਦੀ ਗੱਲ ਕਰੀਏ, ਜੇ ਆਪਾਂ ਸ਼ੁਰੂ ਹੋ ਜਾਈਏ ਮੰਨ ਲਓ ਬ੍ਰਿਟਿਸ਼ ਕੋਲੰਬੀਆ ਤੋਂ ਨਾ, ਜੋ ਬ੍ਰਿਟਿਸ਼ ਕੋਲੰਬੀਆ
ਜਿਹੜਾ ਬ੍ਰਿਟਿਸ਼ ਕੋਲੰਬੀਆ ਤੋਂ ਬਾਅਦ ਅਲਬਰਟਾ ਆ ਜਾਂਦਾ ਹੈ, ਠੀਕ ਹੈ, ਫਿਰ ਸਕੈਚੂਨ ਆ ਜਾਂਦਾ, ਫਿਰ ਮੈਨੀਟੋਬਾ ਆ ਜਾਂਦਾ, ਫਿਰ ਉਸ ਤੋਂ ਬਾਅਦ ਅੰਟਾਰੀਓ ਆਉਂਦਾ, ਫਿਰ ਕਿਊਬੈਕ ਆ ਜਾਂਦਾ, ਠੀਕ ਹੈ, ਉਸ ਤੋਂ ਬਾਅਦ ਅੱਗੇ ਨੋਵਾ ਸਕੋਸ਼ੀਆ, ਹੋਰ ਗਾਂ ਉਸ ਤੋਂ ਬਾਅਦ ਜਿਹੜੀਆਂ ਬਾਕੀ ਪ੍ਰੋਵਿੰਸਿਸ ਆ ਜਾਂਦੀਆਂ ਨੇ। ਹੁਣ ਜਿਹੜੀਆਂ ਜੋ ਮੈਂ ਕਹੂੰਗਾ ਕਿ ਜਿਹੜੀ ਹੌਟ ਸਪੌਟਸ ਨੇ, ਜਾਂ ਤਾਂ ਅੰਟਾਰੀਓ ਹੁੰਦਾ ਆਪਣਾ, ਜਾਂ ਹੁੰਦਾ ਬ੍ਰਿਟਿਸ਼ ਕੋਲੰਬੀਆ। ਹੁਣ ਜੇ ਆਪਾਂ ਕਹੀਏ ਕਿ ਜੇ US ਬਾਰਡਰ ਦੇ ਨਾਲ ਆਪਣੀਆਂ 3 ਮੇਨ ਸਿਟੀਜ਼ ਨੇ ਕੈਨੇਡਾ ਦੀਆਂ ਜਿਹੜੀਆਂ ਲੱਗਦੀਆਂ ਨੇ, ਉੱਤੇ ਆਪਾਂ ਆ ਜਾਈਏ ਤਾਂ ਵੈਨਕੂਵਰ, ਠੀਕ ਹੈ, ਬ੍ਰਿਟਿਸ਼ ਕੋਲੰਬੀਆ, ਫਿਰ ਉਸ ਤੋਂ ਬਾਅਦ ਟੋਰਾਂਟੋ, ਤੇ ਫਿਰ ਮੌਂਟਰੀਅਲ। ਇਹ 3 ਜਿਹੜੀਆਂ ਪੋਰਟ ਸਿਟੀਜ਼ ਆਪਾਂ ਵੀ ਮੇਨ ਜਿਹੜਾ ਪੋਰਟ ਹੈਗਾ ਵੈਨਕੂਵਰ ਦੇ ਨਾਲ, ਤੇ ਜਾਂ ਫਿਰ ਉਸ ਤੋਂ ਬਾਅਦ ਮੌਂਟਰੀਅਲ ਦੇ ਵਿੱਚ ਹੈ। ਹੁਣ ਬੱਚਿਆਂ ਨੂੰ ਇਹ ਦੇਖਣਾ ਪਊਗਾ ਕਿ ਉਹਨਾਂ ਦਾ ਬਜਟ ਕਿੰਨਾ ਕੁ ਹੈ, ਠੀਕ ਹੈ, ਜਾਂ ਬੱਚਿਆਂ ਦੀ ਚੁਆਇਸ ਕੀ ਹੈ। ਹੁੰਦਾ ਕੀ ਹੈ ਕਿ ਜਦੋਂ ਕੋਈ ਵੀ, ਹੁਣ ਲੈਟਸ ਸੇ ਕਿ ਹੁਣ ਇਸ ਟਾਈਮ ਆਪਾਂ ਸਤੰਬਰ ਇਨਟੇਕ ਦੀ ਗੱਲ ਕਰਦੇ ਪਏ ਹਾਂ, ਜਾਂ ਉਸ ਤੋਂ ਬਾਅਦ ਫਿਰ ਜਨਵਰੀ 2023 ਦੀ ਵੀ ਗੱਲ ਹੋਣੀ ਸ਼ੁਰੂ ਹੋ ਗਈ ਹੈ। ਗੱਲ ਕੀ ਹੁੰਦੀ ਹੈ ਕਿ ਸਭ ਤੋਂ ਪਹਿਲਾਂ ਬੱਚੇ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਅੰਟਾਰੀਓ ਦੇ ਵਿੱਚ ਅਸੀਂ ਐਡਮਿਸ਼ਨ ਲਈਏ, ਠੀਕ ਹੈ, ਕਿਉਂਕਿ ਤੁਹਾਨੂੰ ਸਟੂਡੈਂਟਸ ਨੂੰ ਸਮਝਣਾ ਪਊਗਾ ਕਿ ਅੰਟਾਰੀਓ ਦੇ ਵਿੱਚ 10-12 ਜਿਹੜੇ ਮੇਨ ਕਾਲਜਿਸ ਨੇ, ਉਹਨਾਂ ਦੇ ਵਿੱਚ ਸੀਟਾਂ ਵੀ ਲਿਮਿਟਡ ਨੇ, ਜਿਹੜੇ ਸਰਕਾਰੀ ਕਾਲਜ ਨੇ, ਠੀਕ ਹੈ। ਹੁਣ ਉਹਦੇ ਵਿੱਚ ਜਿਹੜਾ ਸੀਟ ਲੈ ਗਿਆ ਹੈ ਨਾ, ਹੁਣ ਕਿਉਂਕਿ ਹਰੇਕ ਬੱਚੇ ਨੂੰ ਉੱਥੇ ਸੀਟ ਨਹੀਂ ਮਿਲਦੀ, ਠੀਕ ਹੈ। ਉਸ ਤੋਂ ਬਾਅਦ ਫਿਰ ਬੱਚੇ ਦੀ ਨਾਲ ਅਗਲੀ ਪ੍ਰੈਫਰੈਂਸ ਹੁੰਦੀ ਕਿ ਅਸੀਂ BC ਤੁਰ ਜਾਈਏ। ਸਭ ਤੋਂ ਪਹਿਲਾਂ ਜਿਹੜੇ 7-8 ਕਾਲਜ, ਅੰਟਾਰੀਓ ਹੋ ਗਿਆ, 7-8 ਕਾਲਜ ਹੋ ਗਏ BC ਦੇ, ਉਹਦੇ ਵਿੱਚ ਇੱਕਦਮ ਰਸ਼ ਪੈਂਦਾ। ਜਦੋਂ ਉਹ ਰਸ਼ ਭਰ ਜਾਂਦਾ, ਠੀਕ ਹੈ, ਉਸ ਤੋਂ ਬਾਅਦ ਫਿਰ ਆਪਾਂ ਆਊਟਰ ਸਾਈਡ ਤੇ ਪਹੁੰਚਦੇ ਹਾਂ। ਹੁਣ ਜਿਵੇਂ ਆਪਾਂ ਜੇ ਕਿਊਬੈਕ ਦੀ ਗੱਲ ਕਰੀਏ, ਕਿਊਬੈਕ ਦੇ ਵਿੱਚ ਸਭ ਤੋਂ ਵੱਡਾ ਐਡਵਾਂਟੇਜ ਇਹ ਹੈ ਕਿ ਉੱਥੇ ਇੱਕ ਤਾਂ ਫੀਸਾਂ ਘੱਟ ਨੇ ਕਾਲਜਿਸ ਦੀਆਂ ਐਜ਼ ਕੰਪੇਅਰ ਟੂ ਅੰਟਾਰੀਓ ਜਾਂ BC, ਠੀਕ ਹੈ। ਪਲੱਸ ਉੱਥੋਂ ਦਾ ਜਿਹੜਾ ਕਾਲਜ ਦਾ ਜਿਹੜਾ ਸਕੈਜੂਲ ਹੈਗਾ, ਉਹ ਵੀ ਜਿਵੇਂ 2 ਦਿਨ ਕਲਾਸਾਂ ਲੱਗਦੀਆਂ ਜਾਂ 3 ਦਿਨ ਲੱਗਦੀਆਂ, ਉਹਦੇ ਵਿੱਚ ਬੱਚਾ ਥੋੜਾ ਰਿਲੈਕਸ ਰਹਿੰਦਾ, ਕੰਮ ਕਰਨ ਦੇ ਮੌਕੇ ਵੱਧ ਨੇ, ਠੀਕ ਹੈ। ਉਵੇਂ ਹੀ ਫਿਰ ਜਿਵੇਂ ਬੱਚਾ ਲੇਟ ਅਪਲਾਈ ਕਰਦਾ ਕਿਸੇ ਵੀ ਮੰਨ ਲਓ ਆਪਾਂ ਜੇ ਹੁਣ ਕਿਸੇ ਨੇ ਸਤੰਬਰ ਇਨਟੇਕ ਹੈ, ਜਿਹੜੇ ਸਮਝਦਾਰ ਬੱਚੇ ਨੇ ਆਲਰੇਡੀ ਅਪਲਾਈ ਕੀਤਾ ਹੋਇਆ ਉਹਨਾਂ ਨੇ, ਹੁਣ ਜਿਵੇਂ ਬੱਚਾ ਆਪਾਂ ਨਜ਼ਦੀਕ ਜਾਂਦੇ ਜਾਵਾਂਗੇ, ਉਵੇਂ ਜਿਵੇਂ ਆਪਾਂ ਅੰਟਾਰੀਓ ਦੇ ਵਿੱਚ BC ਦੇ ਵਿੱਚ ਸੀਟਾਂ ਭਰਦੀਆਂ ਜਾਣੀਆਂ, ਫਿਰ ਤੁਹਾਨੂੰ ਬਾਕੀ ਪ੍ਰੋਵਿੰਸਿਸ ਨੂੰ ਟਾਰਗੇਟ ਕਰਨਾ ਪੈਂਦਾ, ਜਿਵੇਂ ਕਿਊਬੈਕ ਹੋ ਗਿਆ, ਠੀਕ ਹੈ, ਨੋਵਾ ਸਕੋਸ਼ੀਆ ਹੋ ਗਿਆ, ਮੈਨੀਟੋਬਾ ਹੋ ਗਿਆ, ਸਕੈਚੂਨ ਹੋ ਗਿਆ। ਕੋਈ ਐਟ ਦਾ ਐਂਡ ਆਫ ਦਾ ਡੇ ਤੁਹਾਨੂੰ ਚੰਗੇ ਕਾਲਜ ਦੇ ਵਿੱਚ ਐਡਮਿਸ਼ਨ ਚਾਹੀਦੀ ਹੈ। ਫਿਰ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਜਾ ਕੇ ਬੱਚੇ ਨਾਲ ਫਰਾਡ ਹੁੰਦੇ ਨੇ। ਬੱਚਿਆਂ ਨੂੰ ਕਿਹਾ ਜਾਂਦਾ ਕਿ ਅੰਟਾਰੀਓ ਦੇ ਵਿੱਚ ਆਪਾਂ ਤੇਰਾ ਉੱਥੇ ਜਾ ਕੇ ਕਾਲਜ ਚੇਂਜ ਕਰ ਦਾਂਗੇ, ਤੇ ਫਿਰ ਬੱਚਿਆਂ ਨੂੰ ਐਡਮਿਸ਼ਨ ਦਵਾਈ ਜਾਂਦੀ ਹੈ ਇਹੋ ਜਿਹੇ ਕਾਲਜਾਂ ਦੇ ਵਿੱਚ ਜਿੱਥੇ ਪੜ੍ਹਨ ਤੋਂ ਬਾਅਦ ਬੱਚੇ ਨੂੰ ਵਰਕ ਪਰਮਿਟ ਨਹੀਂ ਮਿਲਦਾ, ਠੀਕ ਹੈ। ਹੁਣ ਬੱਚੇ ਨੂੰ ਇੰਨੀ ਬਰੀਕੀ ਦਾ ਨਹੀਂ ਪਤਾ ਹੁੰਦਾ ਕਈ ਵਾਰੀ, ਜਾਂ ਬੱਚੇ ਨੂੰ ਇਹ ਹੁੰਦਾ ਕਿ ਯਾਰ ਮੈਂ ਕੈਨੇਡਾ ਪਹੁੰਚ ਜਾ, ਠੀਕ ਹੈ, ਪਰ ਬੱਚੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਕੈਨੇਡਾ ਜਾ ਕੇ ਕਾਲਜ ਚੇਂਜ ਕਰਨੇ ਨਾ ਸੌਖਾ ਕੰਮ ਨਹੀਂਗਾ। ਤੁਹਾਡੇ ਪੈਸੇ ਦੀ ਬਰਬਾਦੀ ਹੁੰਦੀ ਹੈ, ਤੁਹਾਡੇ ਟਾਈਮ ਦੀ ਬਰਬਾਦੀ ਹੁੰਦੀ ਹੈ। ਕੋਈ ਜਿਹੜੇ ਸਮੈਸਟਰ ਅਸੀਂ ਤੁਸੀਂ ਜਾ ਰਹੇ ਹੋ, ਜੇ ਤੁਸੀਂ ਕਾਲਜ ਚੇਂਜ ਕਰਨਾ, ਉਹ ਸਮੈਸਟਰ ਤੁਹਾਡੇ ਇੱਥੋਂ ਨਿਕਲ ਜਾਂਦਾ, ਉਹ ਤੁਹਾਨੂੰ ਡ੍ਰੌਪ ਆਊਟ ਕਰਨਾ ਪੈਂਦਾ, ਫਿਰ ਸਮਾਂ ਬਰਬਾਦ ਹੁੰਦਾ, ਫਿਰ ਕਈ ਵਾਰ ਤੁਹਾਡੀ ਫੀਸ ਨਹੀਂ ਰਿਫੰਡ ਹੁੰਦੀ ਉੱਥੇ, ਫਿਰ ਕਈ ਚੀਜ਼ਾਂ ਨੇ ਉੱਥੇ ਨਾ। ਇੱਥੇ ਇੱਕ ਵਾਰ ਤੁਹਾਨੂੰ ਕੰਸਲਟੈਂਟ ਤੁਹਾਨੂੰ ਕਹਿ ਕੇ ਤੋਰ ਦਿੰਦਾ ਕਿ ਕੋਈ ਨਹੀਂ ਤੂੰ ਇੱਕ ਵਾਰ ਤੁਰ ਜਾ, ਉੱਥੇ ਆ ਕੇ ਐਵੇਂ ਕਰ ਦਾਂਗੇ ਉਵੇਂ ਕਰ ਦਾਂਗੇ, ਪਰ ਚੀਜ਼ਾਂ ਇੰਨੀਆਂ ਸੌਖੀਆਂ ਨਹੀਂ ਹੁੰਦੀਆਂ। ਇਸ ਕਰਕੇ ਤੁਹਾਨੂੰ ਰਾਈਟ ਫਰਮ ਦਾ ਬਿਗਨਿੰਗ ਤੁਹਾਨੂੰ ਸਹੀ ਸਟੈਪ ਲੈਣੇ ਬਹੁਤ ਜ਼ਰੂਰੀ ਨੇ। ਸਹੀ ਸਟੈਪ ਲੈਣ ਲਈ ਸਭ ਤੋਂ ਜ਼ਰੂਰੀ ਹੈ ਸਹੀ ਸਟੈਪ ਲੈਣ ਵਾਸਤੇ ਤੁਹਾਡਾ ਕੰਸਲਟੈਂਟ ਵਧੀਆ ਹੋਣਾ, ਕਿਉਂਕਿ ਤੁਹਾਡੇ ਜੇ ਕੰਸਲਟੈਂਟ ਦੇ ਕਾਲਜਿਸ ਦੇ ਨਾਲ ਵਧੀਆ ਟਾਈ ਅਪ, ਵਧੀਆ ਰਿਲੇਸ਼ਨਸ਼ਿਪ ਹੋਣਗੇ, ਤਾਂ ਹੀ ਤੁਹਾਨੂੰ ਉਹ ਐਡਮਿਸ਼ਨ ਵਗੈਰਾ ਲੈ ਕੇ ਦੇ ਸਕਦਾ, ਠੀਕ ਹੈ। ਨਹੀਂ ਤੇ ਜੇ ਮੰਨ ਲਓ ਤੁਹਾਡਾ ਏਜੰਟ ਮੰਨ ਲਓ ਜੇ ਕਿਸੇ ਹੋਰ ਨਾਲ ਜੁੜਿਆ, ਉਹਦਾ ਅਗਲਾ ਬੰਦਾ ਕਿਸੇ ਹੋਰ ਨਾਲ ਜੁੜਿਆ, ਉਹ ਕਿਸੇ ਹੋਰ ਨਾਲ ਜੁੜਿਆ, ਜੇ ਉਹਦੇ ਵਿੱਚ 3-3 ਸਟੈਪ ਵਿੱਚ ਪੈ ਗਏ, ਥਰਡ ਪਾਰਟੀ ਵਾਲਾ ਕੰਮ ਜੇ ਤੁਹਾਡਾ ਏਜੰਟ ਕਰਦਾ, ਉਹਦੇ ਵਿੱਚ ਕਈ ਵਾਰ ਤੁਹਾਨੂੰ ਇੰਨੀ ਸਫਲਤਾ ਨਹੀਂ ਮਿਲਦੀ। ਮਤਲਬ ਜੇ ਕਿਸੇ ਬੱਚੇ ਨੇ ਜਨਵਰੀ ਦੇ ਵਿੱਚ ਉਹਦੀ ਆਇਲਸ ਕੰਪਲੀਟ ਹੋਈ ਹੈ, ਤੇ ਮੰਨ ਲਓ ਉਹ ਕਿਹੜੀ ਇਨਟੇਕ ਹੈ ਉਹ ਅਪਲਾਈ ਕਰੇ, ਉਹਦੇ ਕੋਲ ਆਪਸ਼ਨਸ ਵੱਧ ਹੋਣ। ਦੇਖੋ ਹੁਣ ਤਾਂ ਖੈਰ ਜੇ ਹੁਣ ਆਪਾਂ ਪ੍ਰੈਜ਼ੈਂਟਲੀ ਗੱਲ ਕਰੀਏ ਨਾ, ਹੁਣ ਤਾਂ ਜਿਵੇਂ ਮਈ ਇਨਟੇਕ ਤਾਂ ਖਤਮ ਹੋ ਗਿਆ, ਹੁਣ ਇਸ ਸਤੰਬਰ ਇਨਟੇਕ ਤੇ ਜਨਵਰੀ 2023 ਦੀ ਗੱਲਬਾਤ ਸ਼ੁਰੂ ਹੋ ਗਈ ਹੈ। ਹੁਣ ਜਿਹੜੇ ਬੱਚਿਆਂ ਦਾ ਰੀਸੈਂਟਲੀ ਰਿਫਿਊਜ਼ਲ ਆਇਆ, ਠੀਕ ਹੈ, ਜੇ ਉਹਨਾਂ ਦਾ ਕੋਰਸ ਰੈਲੇਵੈਂਟ ਨਹੀਂਗਾ, ਤਾਂ ਉਹਨਾਂ ਨੂੰ ਹੋ ਸਕਦਾ ਕਿ ਕਾਲਜ ਚੇਂਜ ਕਰਨਾ ਪਵੇ। ਉਹਦੇ ਵਾਸਤੇ ਉਹਨਾਂ ਨੂੰ ਛੇਤੀ ਤੋਂ ਛੇਤੀ ਕਿਸੇ ਐਸੇ ਕਾਲਜ 'ਚ ਅਪਲਾਈ ਕਰਨਾ ਪਊਗਾ ਜਿੱਥੇ ਅਪਲਾਈ ਕਰਨ ਤੋਂ ਬਾਅਦ ਉਹਨਾਂ ਨੂੰ ਐਡਮਿਸ਼ਨ ਮਿਲ ਜੇ, ਠੀਕ ਹੈ। ਹੁਣ ਇੱਕ ਤਾਂ ਇਹ ਚੀਜ਼ ਹੈ ਸਭ ਤੋਂ ਵੱਡੀ। ਹੁਣ ਜੇ ਆਪਾਂ ਸਤੰਬਰ ਇਨਟੇਕ ਦੀ ਗੱਲ ਕਰੀਏ, ਕਿਉਂਕਿ ਹੁਣ ਜਿਨ੍ਹਾਂ ਦੀ ਜਨਵਰੀ ਦੇ ਵਿੱਚ ਰਿਫਿਊਜ਼ਲ ਆਈ ਸੀਗੀ, ਉਹਨਾਂ ਨੇ ਵੀ ਸਤੰਬਰ ਵਾਸਤੇ ਅਪਲਾਈ ਕੀਤਾ ਹੋਇਆ। ਮਈ ਵਾਲੇ ਦੀ ਵੀ ਮਤਲਬ ਕਈ ਰਿਫਿਊਜ਼ਲ ਆ ਰਹੀ ਹੈ, ਉਹ ਵੀ ਸਤੰਬਰ ਨੂੰ ਟਾਰਗੇਟ ਕਰਦੇ ਪਏ ਆ, ਤੇ ਜਿਨ੍ਹਾਂ ਨੇ ਹਾਲੇ ਅਪ੍ਰੈਲ ਦੇ ਵਿੱਚ ਐਗਜ਼ਾਮ ਦੇਣੇ ਨੇ, ਉਹਨਾਂ ਨੇ ਵੀ ਸਤੰਬਰ ਨੂੰ ਟਾਰਗੇਟ ਕਰਨਾ। ਤੁਸੀਂ ਆਪੇ ਹਿਸਾਬ ਲਾਓ ਕਿ ਸੀਟਾਂ ਕਿੰਨੀਆਂ ਲਿਮਿਟਡ ਨੇ ਤੇ ਅਪਲਾਈ ਕਰਨ ਵਾਲੇ ਕਿੰਨੇ ਨੇ, ਹਨਾ। ਤੇ ਇਸ ਕਰਕੇ ਤੁਹਾਨੂੰ ਅਪਲਾਈ ਕਰਨਾ ਚਾਹੀਦਾ ਛੇਤੀ ਤੋਂ ਛੇਤੀ, ਤਾਂ ਹੀ ਤੁਹਾਡਾ ਅਗਲਾ ਸਤੰਬਰ 2022 ਤੇ ਜਨਵਰੀ 2023 ਦੀ ਤੁਹਾਨੂੰ ਸੀਟਾਂ ਮਿਲਣਗੀਆਂ, ਠੀਕ ਹੈ। ਨਹੀਂ ਤੇ ਇਹ ਚੀਜ਼ ਗਾਂਹ ਵੀ ਵੱਧ ਸਕਦੀ, ਕਿਉਂਕਿ ਜਿਹੜਾ ਕੈਨੇਡਾ ਹੈਗਾ ਇਹ
ਸਮਝ ਲਓ ਕਿ ਹਰ ਕੋਈ ਕੈਨੇਡਾ ਜਾਣਾ ਚਾਹੁੰਦਾ ਹੈ। ਇਸ ਕਰਕੇ ਭਾਵੇਂ ਕੰਡੀਸ਼ਨਲ ਹੈ, ਭਾਵੇਂ ਕੁਛ ਵੀ ਹੈ, ਤੁਸੀਂ ਆਪਣਾ ਕੰਸਲਟੈਂਟ ਫਾਈਨਲ ਕਰਕੇ, ਹੁਣ ਜੇ ਅਸੀਂ ਸਕਾਈਟੈਕ ਦੀ ਗੱਲ ਕਰੀਏ, ਜਿਵੇਂ ਲਾਇਸੈਂਸਡ ਹੈਗੇ ਆ, ਤੁਸੀਂ ਕੋਸ਼ਿਸ਼ ਕਰੋ, ਤੁਸੀਂ ਜਿਹੜੇ ਵੀ ਸ਼ਹਿਰ 'ਚ ਬੈਠੇ ਸਾਡੀ ਵੀਡੀਓ ਦੇਖਦੇ ਪਏ ਹੋ, ਕੋਈ ਲਾਇਸੈਂਸ ਕੰਸਲਟੈਂਟ ਨੂੰ ਮਤਲਬ ਉਹਨੂੰ ਮਿਲੋ, ਉਹਨੂੰ ਫਾਈਨਲ ਕਰੋ ਤੇ ਆਪਣੀ ਜਿਹੜੀ ਐਪਲੀਕੇਸ਼ਨ ਪ੍ਰੋਸੈਸ ਹੈਗਾ ਉਹਨੂੰ ਤੁਸੀਂ ਜਿੱਦੋਂ ਛੇਤੀ ਤੁਸੀਂ ਉਹਨੂੰ ਪ੍ਰੋਸੈਸ ਕਰੋ। ਜੇ ਵਧੇਰੀ ਜਾਣਕਾਰੀ ਤੁਸੀਂ ਸਾਡੇ ਤੋਂ ਲੈਣਾ ਚਾਹੁੰਦੇ ਹੋ, ਜਿਹੜਾ ਮਤਲਬ ਡਿਸਪਲੇ ਤੇ ਨੰਬਰ ਵੀ ਆ ਰਿਹਾ, ਤੁਸੀਂ ਸਾਨੂੰ ਉੱਥੇ ਕਾਲ ਵੀ ਕਰ ਸਕਦੇ ਹੋ। ਨਾਲ ਕਈ ਵਾਰ ਕੀ ਹੁੰਦਾ ਕਿ ਅਸੀਂ ਕਾਲ ਤੁਹਾਡੀ ਨਹੀਂ ਵੀ ਚੁੱਕ ਪਾਉਂਦੇ, ਤਾਂ ਜਿਹੜਾ ਸੇਮ ਨੰਬਰ ਤੇ ਤੁਸੀਂ WhatsApp ਤੇ ਸਾਨੂੰ ਸਿੰਪਲ ਮੈਸੇਜ ਭੇਜੋ, ਆਪਣੀ ਜਿਹੜੀ ਪ੍ਰੋਫਾਈਲ ਹੈ ਸਾਨੂੰ ਸ਼ੇਅਰ ਕਰੋ ਤੇ ਆਪਾਂ ਤੁਹਾਡਾ ਰਾਈਟ ਵੀ ਤੁਹਾਨੂੰ ਆਪਾਂ ਆਨਸਰ ਕਰਾਂਗੇ। ਆਪਾਂ ਤੁਹਾਨੂੰ ਹੁਣ ਆਪਾਂ ਇਸ ਇੰਟਰਵਿਊ ਨੂੰ ਜਲਦੀ ਖਤਮ ਕਰਾਂਗੇ ਤੇ ਆਖਰੀ ਸਵਾਲਾਂ ਦੇ ਵਿੱਚੋਂ ਇੱਕ ਸਵਾਲ ਇਹ ਹੈ, ਮੈਂ ਜੋੜ ਕੇ ਪੁੱਛੂੰਗਾ, 5.5 ਬੈਂਡ ਪਲੱਸ PTE ਤੇ ਪਲੱਸ ਟੂਰਿਸਟ ਵੀਜ਼ਾ, ਤੁਹਾਡੇ ਕੋਲ ਜੇ ਕੋਈ ਇਹਨਾਂ ਕੁਐਰੀਜ਼ ਨਾਲ ਆਉਣਾ ਚਾਹੁੰਦਾ ਹੈ ਤੇ ਉਹ ਕਿਵੇਂ ਆਵੇ? ਨਹੀਂ, ਬਿਲਕੁਲ ਜੀ, ਮੋਸਟ ਵੈਲਕਮ ਹੈ। ਜੇ ਕਿਸੇ ਦੇ ਇੱਕ ਮੋਡਿਊਲ 'ਚ 5.5 ਹੈ ਜਾਂ PT ਕੀਤੀ ਹੋਈ ਹੈ ਉਹਨੇ, ਆਪਣੀ ਪ੍ਰੋਫਾਈਲ ਸਾਨੂੰ WhatsApp ਕਰੇ ਜਾਂ ਸਾਨੂੰ ਕਾਲ ਕਰੇ। ਤੇ ਸਭ ਤੋਂ ਵਧੀਆ ਤਰੀਕਾ ਕਿ ਦੇਖੋ, ਜਿਹੜਾ ਸੀਰੀਅਸ ਕਲਾਇੰਟ ਹੁੰਦਾ ਉਹ ਸਿੱਧਾ ਆਫਿਸ ਵੱਜਦਾ ਸਾਡੇ, ਉਹ ਸਿੱਧਾ ਆ ਕੇ ਕਹਿੰਦਾ ਭਾਈ ਤੁਹਾਡੀ ਵੀਡੀਓ ਦੇਖੀ ਸੀ, ਅਸੀਂ ਆ ਗਏ। ਹੁਣ ਕਈ ਹੈ ਉਹ ਮਤਲਬ ਉਹ ਵਿਚਾਰ ਹੀ ਇੰਨੇ ਕਿ ਕਰਦੇ ਆ, ਅਸੀਂ ਆਉਂਦੇ ਆ ਕਰਦੇ। ਕਈ ਵਾਰ ਕੀ ਹੁੰਦਾ ਕਿ ਕਈ ਬੱਚੇ ਤਾਂ ਇੰਨਾ ਜਿਹੜੀ ਕਿ ਸਲੋ ਚੱਲਦੇ ਨੇ, ਖਦਸ਼ਾ ਹੈਗਾ ਹੈ ਵੀ ਕੰਫਰਟ। ਤੁਹਾਡੇ ਚੈਨਲ ਤੇ ਵੀ ਮੈਂ ਇਹ ਚੀਜ਼ ਦੇਖੀ ਕਿ ਕਮੈਂਟ ਵੀ ਪੜ੍ਹੇ ਨੇ ਕਿ ਤੁਸੀਂ ਕਾਲ ਪਿਕ ਨਹੀਂ ਕਰਦੇ ਜਾਂ ਕਾਲ ਅਸੈਪਟ ਨਹੀਂ ਕਰਦੇ, ਕੀ ਗੱਲ ਹੈ? ਦੇਖੋ ਹੀਰੋ ਜੀ, ਮੈਂ ਤੁਹਾਨੂੰ ਸਹੀ ਦੱਸਾਂ ਕਿ ਲੈਟਸ ਸੇ ਕਿ ਕਈ ਵਾਰ ਮੈਂ ਮਾਫੀ ਮੰਗਦਾ ਕਿ ਕਈ ਵਾਰ ਸਾਡੇ ਤੋਂ ਕਾਲ ਹੋ ਸਕਦਾ ਕਿ ਸਾਡੇ ਤੋਂ ਕਾਲ ਬੈਕ ਨਾ ਹੁੰਦੀ ਹੋਵੇ, ਪਰ ਤੁਸੀਂ ਸਾਡੀ ਵੀ ਸਿਚੁਏਸ਼ਨ ਸਮਝੋ, ਅਸੀਂ ਫਾਈਲਿੰਗ ਵੀ ਕਰਨੀ ਹੁੰਦੀ ਹੈ, ਅਸੀਂ ਅਪਾਇੰਟਮੈਂਟਸ ਵੀ ਸਾਡੀਆਂ ਹੁੰਦੀਆਂ ਨੇ, ਫਿਰ ਉਸ ਤੋਂ ਬਾਅਦ ਦਿਨ ਦੇ ਟਾਈਮ ਆਪਣੇ ਇੰਡੀਆ ਆਫਿਸ ਨੇ, ਫਿਰ ਰਾਤ ਦੇ ਟਾਈਮ ਕੈਨੇਡਾ ਦਿਨ ਚੜ੍ਹਦਾ, ਫਿਰ ਉੱਥੋਂ ਦੇ ਫਾਈਲਸ ਨੂੰ ਵੀ ਦੇਖਣਾ ਪੈਂਦਾ। ਸਾਡੇ ਕੋਲ ਟਾਈਮ ਬੜਾ ਲਿਮਿਟਡ ਹੁੰਦਾ, ਕਈ ਵਾਰ ਕਾਲ ਬੈਕ ਨਹੀਂ ਹੁੰਦੀ। ਇਸ ਕਰਕੇ ਦੇਖੋ, ਹੁਣ ਜੇ ਆਪਾਂ ਲੈਟਸ ਸੇ ਕਿ ਜੇ ਮੈਂ ਐਗਜ਼ਾਮਪਲ ਦੇ ਰਿਹਾ ਕਿ ਜੇ ਤੁਸੀਂ ਮਾਰੂਤੀ ਦੀ ਡੀਲਰਸ਼ਿਪ ਨੂੰ ਕਾਲ ਕਰਕੇ ਇਹੀ ਕਨਫਰਮ ਕਰੀ ਜਾਓਗੇ ਕਿ ਯਾਰ ਤੁਸੀਂ ਸਾਡੀ ਗੱਡੀ ਰਿਪੇਅਰ ਕਰ ਦੋਗੇ ਕਿ ਨਹੀਂ ਕਰ ਦੋਗੇ, ਤੇ ਉਹ ਮੇਕ ਸੈਂਸ ਨਹੀਂ ਕਰਦੀ, ਕਿਉਂਕਿ ਮਤਲਬ ਮਾਰੂਤੀ ਦੀ ਡੀਲਰਸ਼ਿਪ ਹੈ ਤਾਂ ਆਬਵੀਅਸਲੀ ਉਹਨਾਂ ਕੋਲ ਸਾਰਾ ਕੁਝ, ਉਹਨਾਂ ਕੋਲ ਟੂਲਸ ਹੈਗੇ ਨੇ, ਉਹਨਾਂ ਕੋਲ ਮਕੈਨਿਕਸ ਹੈਗੇ ਨੇ, ਸਭ ਕੁਝ ਟਾਪ ਨੌਚ ਹੈਗਾ ਉਹਨਾਂ ਕੋਲ। ਤੁਸੀਂ ਗੱਡੀ ਉੱਥੇ ਸਿੱਧੀ ਲੈ ਕੇ ਜਾਓ ਤੇ ਤੁਹਾਡੀ ਉਹਨਾਂ ਰਿਪੇਅਰ ਕਰ ਦੇਣੀ ਹੈ, ਹਨਾ। ਤੇ ਉਸੇ ਤਰੀਕੇ ਦੇ ਨਾਲ ਜੇ ਹੁਣ ਅਸੀਂ ਲਾਇਸੈਂਸਡ ਹੈਗੇ ਹਨਾ, ਹੁਣ ਕਈ ਤਾਂ ਹੀ ਕਾਲ ਕਰਕੇ ਪੁੱਛੀ ਜਾਂਦੇ, ਹਾਂਜੀ ਭਾਈ ਤੁਸੀਂ ਕੈਨੇਡਾ ਦਾ ਤੁਹਾਨੂੰ ਤੁਸੀਂ ਕੰਮ ਕਰਦੇ ਨੂੰ ਤੁਸੀਂ ਸਾਡੀ ਫਾਈਲ ਲਾ ਦੋਗੇ, ਇਹਦੇ ਵਿੱਚ ਵੀ ਤੁਸੀਂ ਸਾਡੇ ਹਰ ਸਵਾਲ ਦਾ ਜਵਾਬ ਦੇ ਦੋਗੇ, ਕਰ ਦੋਗੇ, ਹਨਾ। ਵੀ ਉਹ ਚੀਜ਼ਾਂ ਕਰਨ ਦੀ ਬਜਾਏ ਤੁਸੀਂ ਆਪਦਾ ਸਿੰਪਲ, ਜੇ ਸਾਨੂੰ ਪਹੁੰਚ ਕਰਨਾ ਚਾਹੁੰਦੇ ਹੋ, ਅਪਾਇੰਟਮੈਂਟ ਬਣਾਓ, ਸਾਨੂੰ ਆ ਕੇ ਮਿਲੋ, ਤੁਹਾਡੇ ਜਿਹੜੇ ਵੀ ਸਵਾਲ ਨੇ ਉਹਦਾ ਜਵਾਬ ਦਿੱਤਾ ਜਾਊਗਾ, ਕਿਉਂਕਿ ਇਹੀ ਸਾਡਾ ਕੰਮ ਹੈ। ਸਭ ਤੋਂ ਵੱਡਾ ਮਸਲਾ ਤੁਹਾਡਾ ਹੱਲ ਕਰ ਦਿੰਦੇ ਆ ਕਿ ਤੁਹਾਡਾ WhatsApp ਨੰਬਰ ਆਪਾਂ ਦੇ ਦਿੰਦੇ ਆ ਲਿੰਕ ਦੇ ਵਿੱਚ। ਜੇ ਕਿਸੇ ਨੇ ਵੀ ਆਪਣੀ ਫਾਈਲ ਤੁਹਾਡੇ ਨਾਲ ਡਿਸਕਸ ਕਰਨੀ ਆ, ਤੁਹਾਨੂੰ WhatsApp ਉੱਤੇ ਆਪਣੀ ਫਾਈਲ ਭੇਜ ਸਕਦਾ ਹੈ, ਤੁਸੀਂ ਫਾਈਲ ਭੇਜ ਦਿਓ, ਤੁਸੀਂ ਉਹਨਾਂ ਨਾਲ ਡਾਇਰੈਕਟ ਕੰਟੈਕਟ ਕਰ ਸਕਦੇ ਆ, ਤੇ ਜੇਕਰ ਕਾਲ ਕਰਨੀ ਹੋਵੇ ਤੁਸੀਂ ਆਪ ਉਹਨਾਂ ਨੂੰ ਕਾਲ ਕਰ ਸਕਦੇ ਆ। ਨਹੀਂ, ਡੈਫੀਨਿਟਲੀ ਅਸੀਂ ਜਿੰਨਾ ਵੀ ਸਾਨੂੰ ਟਾਈਮ ਮਿਲਦਾ ਅਸੀਂ ਆਲਵੇਜ਼ ਕਾਲ ਬੈਕ ਕਰਦੇ ਹਾਂ, ਕਿਉਂਕਿ ਹਰ ਇੱਕ ਕਾਲ ਸਾਡੇ ਵਾਸਤੇ ਬੜੀ ਕੀਮਤੀ ਹੈ, ਬੜੀ ਇੰਪੋਰਟੈਂਟ ਹੈ। ਕਿਉਂਕਿ ਜੇ ਸਾਨੂੰ ਕੋਈ ਕਾਲ ਕਰਦਾ, ਠੀਕ ਹੈ, ਹੋ ਸਕਦਾ ਉਹਨੂੰ ਕੋਈ ਚੀਜ਼ ਚੰਗੀ ਲੱਗੀ ਹੋਵੇ ਤਾਂ ਹੀ ਕੋਈ ਕਾਲ ਕਰਦਾ। ਉਂਝ ਕਿੰਨੀਆਂ ਵੀਡੀਓਜ਼ ਮਤਲਬ ਇਹ YouTube ਤੇ ਨੇ ਹੈਗੀਆਂ ਨੇ, ਹਰ ਕਿਸੇ ਨੂੰ ਕਾਲ ਨਹੀਂ ਕਰਦਾ, ਪਰ ਕਈ ਵਾਰ ਵਕਤ ਦੀ ਕਮੀ ਲਾ ਲਓ, ਠੀਕ ਹੈ, ਕਈ ਵਾਰ ਸਾਡੇ ਤੋਂ ਕਾਲ ਬੈਕ ਨਹੀਂ ਹੁੰਦੀ। ਇਸ ਕਰਕੇ ਮੇਰੀ ਰਿਕੁਐਸਟ ਇਹ ਹੈ ਕਿ ਆਪਣੇ ਕੰਫਰਟ ਜ਼ੋਨ ਚੋਂ ਨਿਕਲੋ। ਕਈ ਵਾਰ ਕੀ ਹੈ ਕਿ ਹੁਣ ਜਿਵੇਂ ਆਪਣਾ ਜਲੰਧਰ ਦਫ਼ਤਰ ਹੈ, ਜੇ ਕੋਈ ਆਪਣੇ ਤੋਂ 50 ਕਿਲੋਮੀਟਰ ਦੂਰ ਜਾਂ 100 ਕਿਲੋਮੀਟਰ ਦੂਰ ਰਹਿ ਰਿਹਾ ਹੈ ਨਾ, ਤਾਂ ਉਹਨੂੰ ਲੱਗਦਾ ਕਿ ਯਾਰ ਮੈਂ ਜਾਵਾਂ ਕਿ ਨਾ ਜਾਵਾਂ, ਕਿਉਂਕਿ ਇੱਕ ਪਾਸੇ ਤਾਂ ਆਪਾਂ ਪਲੈਨਿੰਗ ਕਰਦੇ ਪਏ ਕਿ ਆਪਾਂ ਕੈਨੇਡਾ ਜਾਣਾ 7 ਸਮੁੰਦਰ ਪਾਰ, ਤੇ 50-100 ਕਿਲੋਮੀਟਰ ਦਾ ਜਿਹੜਾ ਸਫ਼ਰ ਹੈਗਾ, ਠੀਕ ਹੈ, ਉਹਨੂੰ ਪੂਰਾ ਕਰਨ ਲੱਗਿਆ ਤੁਸੀਂ 10 ਵਾਰੀ ਸੋਚਦੇ ਬੰਦੇ। ਕਈ ਮੈਂ ਦੇਖਦਾ ਹੁਣ ਕਈ ਜਿਨ੍ਹਾਂ ਨੇ ਸਾਨੂੰ ਮਿਲਣਾ ਹੁੰਦਾ, ਦੂਰੋਂ ਸਾਡੇ ਕੋਲ ਬੰਦੇ ਆਉਂਦੇ ਨੇ, ਬਹਿੰਦੇ ਨੇ, ਡਿਸਕਸ਼ਨ ਹੁੰਦੀ ਹੈ, ਜਿਹੜੀ ਫਾਈਲ ਲੱਗਣ ਵਾਲੀ ਹੁੰਦੀ ਆਪਾਂ ਲਾਉਂਦੇ ਹਾਂ, ਜਿਹਦੇ 'ਚ ਕੋਈ ਕਮੀ ਪੇਸ਼ੀ ਹੁੰਦੀ ਉਹਨੂੰ ਦੱਸਿਆ ਜਾਂਦਾ ਕਿ ਆਹ ਚੀਜ਼ਾਂ ਪੂਰੀਆਂ ਕਰਕੇ ਫਿਰ ਆਪਾਂ ਮਹੀਨਾ 2 ਮਹੀਨੇ ਰੁਕ ਕੇ ਫਿਰ ਫਾਈਲ ਲਾਵਾਂਗੇ। ਬੰਦੇ ਕਰਦੇ ਨੇ, ਉਹਨਾਂ ਨੂੰ ਸਕਸੈਸ ਵੀ ਮਿਲਿਆ, ਕਈ ਬੰਦੇ ਕੈਨੇਡਾ ਪਹੁੰਚ ਵੀ ਗਏ। ਸਮਝੋ ਦੈਟਸ ਵਾਟ ਆਮ ਟ੍ਰਾਈਂਗ ਟੂ ਸੇ। ਇਹ ਕਿਉਂ ਹੋ ਰਿਹਾ? ਕਿਉਂਕਿ ਅੱਜ ਕੱਲ੍ਹ ਹਰ ਨੁੱਕਰ ਦੇ ਉੱਤੇ ਇਮੀਗ੍ਰੇਸ਼ਨ ਦਫ਼ਤਰ ਖੁੱਲ੍ਹ ਗਿਆ, ਠੀਕ ਹੈ, ਜਿਹਦੇ ਕਰਕੇ ਉਹਨੂੰ ਲੱਗਦਾ ਕਿ ਯਾਰ ਜੇ ਇਹਦੇ ਕੋਲ ਨਹੀਂ ਜਾਵਾਂਗੇ ਤਾਂ ਪਿੰਡ ਦੇ ਜਿਹੜੀ ਨੁੱਕਰ ਤੇ ਜਿਹੜਾ ਇਮੀਗ੍ਰੇਸ਼ਨ ਵਾਲਾ ਖੁੱਲ੍ਹਿਆ ਉਹ ਤੋਂ ਪੁੱਛ ਲਾਂਗੇ ਆਪਾਂ। ਪਰ ਹਰ ਕਿਸੇ ਨੂੰ ਇਹ ਵੀ ਜਿਹੜੀ ਪ੍ਰੋਪਰ ਇਨਫੋਰਮੇਸ਼ਨ ਨਹੀਂ ਹੁੰਦੀ, ਠੀਕ ਹੈ। ਤੁਸੀਂ ਆਪੇ ਹਿਸਾਬ ਲਾ ਲਓ, ਆਪਣੇ ਆਸ-ਪਾਸ ਤੁਸੀਂ ਦੇਖ ਲਿਓ ਕਿੰਨੇ ਕੁ ਇਮੀਗ੍ਰੇਸ਼ਨ ਵਾਲੇ ਨੇ ਜਿਨ੍ਹਾਂ ਦਾ ਇੰਡੀਆ 'ਚ ਵੀ ਦਫ਼ਤਰ ਹੈ ਤੇ ਕੈਨੇਡਾ ਦੇ ਵਿੱਚ ਵੀ ਦਫ਼ਤਰ ਹੋਊਗਾ। ਸਮਝਦੇ ਹੋ? ਕਿੰਨੇ ਕੁ ਇਹੋ ਜਿਹੇ ਕੰਸਲਟੈਂਟ ਤੁਹਾਡੇ ਆਸ-ਪਾਸ ਨੇ ਜਿਨ੍ਹਾਂ ਦੇ ਕੋਲ ਕੈਨੇਡੀਅਨ ਇਮੀਗ੍ਰੇਸ਼ਨ ਤੋਂ ਲਾਇਸੈਂਸਡ ਹੈ ਕੰਪਨੀ, ਠੀਕ ਹੈ। ਤੇ ਇਹ ਚੀਜ਼ਾਂ ਦਾ ਜੇ ਚੀਜ਼ਾਂ ਤੁਹਾਨੂੰ ਸਮਝਣੀ ਚਾਹੀਦੀਆਂ ਨੇ, ਕਿਉਂਕਿ ਜਿਹੜਾ ਤੁਸੀਂ ਫਿਊਚਰ ਆਪਣਾ ਤੁਸੀਂ
ਜਦੋਂ ਫਿਊਚਰ ਨੂੰ ਤੁਸੀਂ ਮੰਨ ਲਓ ਸਿਕਿਉਰ ਕਰਨਾ ਚਾਹੁੰਦੇ ਹੋ, ਹੁਣ ਇੱਕ ਪਾਸੇ ਤਾਂ ਆਪਾਂ ਕੈਨੇਡਾ ਜਾਣ ਦੇ ਬਾਰੇ ਸੋਚ ਰਹੇ ਹਾਂ ਨਾ, ਆਪਣਾ ਫਿਊਚਰ ਆਪਾਂ ਵਧੀਆ ਕਰਨਾ ਹੈ, ਤੇ ਇਸ ਕਰਕੇ ਤੁਸੀਂ ਆਪਣਾ ਸਭ ਤੋਂ ਪਹਿਲੀ ਚੀਜ਼ ਇਹ ਤੁਸੀਂ ਸਹੀ ਕਰਨੀ ਕਿ ਜਿਹੜਾ ਤੁਹਾਡਾ ਕੰਸਲਟੈਂਟ ਹੈ ਤੁਸੀਂ ਸਹੀ ਚੂਜ਼ ਕਰਨਾ ਹੈ, ਲਾਇਸੈਂਸ ਕੰਸਲਟੈਂਟ ਦੇ ਕੋਲੋਂ ਹੀ ਆਪਣੀ ਫਾਈਲ ਲਾਉਣੀ ਹੈ। ਚਲੋ ਆਸ ਕਰਦੇ ਹਾਂ ਕਿ ਲੋਕ ਤੁਹਾਡੀ ਅਪੀਲ ਨੂੰ ਸਮਝਣਗੇ ਤੇ ਅੱਗੇ ਤੋਂ ਤੁਹਾਡੀਆਂ ਕਾਲਸ ਮਿਸ ਨਾ ਹੋਣ, ਇਸ ਕਰਕੇ ਤੁਹਾਡਾ WhatsApp ਨੰਬਰ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਹੋਇਆ, ਤੇ ਆਸ ਕਰਦੇ ਹਾਂ ਹੋਰ ਨਵੇਂ ਸਵਾਲਾਂ ਦੇ ਨਾਲ, ਹੋਰ ਨਵੇਂ ਵਿਸ਼ਿਆਂ ਦੇ ਨਾਲ ਆਪਾਂ ਅਗਲੀ ਇੰਟਰਵਿਊ ਜ਼ਰੂਰ ਬਹੁਤ ਜਲਦੀ ਕਰਾਂਗੇ। ਠੀਕ, ਧੰਨਵਾਦ, ਸਮਾਂ ਦੇਣ ਲਈ ਬਹੁਤ 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 ਧੰਨਵਾਦ, ਥੈਂਕ ਯੂ।